ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਦੇ ਉੱਤੇ ਆਪਾਂ ਜੋ ਕਿ PSSB ਦੇ ਅਪਕਮਿੰਗ 2022 ਤੇ 23 ਦੇ ਵਿੱਚ ਜੋ ਵੀ ਪੋਸਟਾਂ ਹੁਣ ਰੀਸੈਂਟਲੀ ਅਨਾਉਂਸ ਹੋਈਆਂ ਨੇ, ਉਹਦੀ ਆਪਾਂ ਜੀਕੇ ਤੇ ਕਰੰਟ ਅਫੇਅਰ ਦੀ ਤਿਆਰੀ ਪੂਰੀ ਡਿਟੇਲ ਦੇ ਵਿੱਚ ਕਰ ਰਹੇ ਹਾਂ। ਸੋ ਇਹਦੇ ਵਿੱਚ ਜੋ ਵੀ ਟੌਪਿਕ ਆਪਾਂ ਨੂੰ PSSB ਨੇ ਮੈਂਸ਼ਨ ਕੀਤੇ ਨੇ, ਉਹਦਾ ਕਾਫੀ ਹੱਦ ਤੱਕ ਆਪਾਂ ਸਿਲੇਬਸ ਪੂਰਾ ਕਰ ਲਿਆ ਵਾ। ਜਿਹੜਾ ਵੀ ਰਹਿੰਦਾ ਵਾ, ਜਿੱਦਾਂ ਕਿ ਕਰੰਟ ਅਫੇਅਰ ਆਪਣੇ ਰਹਿੰਦੇ ਸੀ, ਉਹ ਆਪਾਂ ਸ਼ੁਰੂ ਕਰ ਲਏ ਹੋਏ ਨੇ। ਇਸ ਤੋਂ ਪਹਿਲਾਂ ਜਿਹੜੀ ਕਲਾਸ ਹੋਈ ਸੀ ਉਹਦੇ ਵਿੱਚ ਆਪਾਂ 1 ਤੋਂ 50 ਨੰਬਰ ਤੱਕ ਕਰੰਟ ਅਫੇਅਰ ਕੀਤੇ ਸੀ। ਸੋ ਇਸ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ, 51 ਤੋਂ ਲੈ ਕੇ 111 ਨੰਬਰ ਤੱਕ ਕਰੰਟ ਅਫੇਅਰ ਕਰਾਂਗੇ। ਸੋ ਇਸ ਦਾ ਬੈਨੀਫਿਟ ਤੁਹਾਨੂੰ ਇਹੀ ਹੋਏਗਾ ਕਿ ਤੁਸੀਂ ਕਿਸੇ ਵੀ ਸੋਰਸ ਤੋਂ ਕਰੰਟ ਅਫੇਅਰ ਦੀ ਤਿਆਰੀ ਕਰ ਰਹੇ ਹੋ, ਕਿਉਂਕਿ ਇਸ ਵਾਰ ਜਿਹੜਾ ਵੇਟੇਜ ਹੈ ਜੀਕੇ ਦਾ ਉਹ ਟੋਟਲ ਪੰਜਾਬ ਜੀਕੇ ਮਿਲਾ ਕੇ 50 ਨੰਬਰ ਦਾ ਬਣੇਗਾ। ਸੋ ਆਪਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਜੋ ਵੀ ਹੋ ਸਕੇ ਸਬਜੈਕਟ ਜਿਹੜੇ ਕਿ ਆਪਾਂ ਨੂੰ ਇੰਪੋਰਟੈਂਟ ਬਣਦੇ ਨੇ ਤੇ ਜਿਹੜੇ ਪੇਪਰ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ ਕੁਐਸਚਨ, ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਕਰੀਏ। ਸੋ ਜੀ 50 ਕੁਐਸਚਨ ਆਪਾਂ ਕਰ ਲਏ ਹੋਏ ਸੀਗੇ ਤੇ ਅੱਜ ਆਪਾਂ 51 ਨੰਬਰ ਕੁਐਸਚਨ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਟੋਟਲ ਆਪਾਂ 61 MCQ ਕਰਾਂਗੇ। ਹੁਣ ਇਹਦੇ ਵਿੱਚ ਤੁਹਾਨੂੰ ਕਲਾਸ ਦੇਖਣ ਦਾ ਬੈਨੀਫਿਟ ਇਹੀ ਹੋਏਗਾ ਕਿ ਇਸ ਕਲਾਸ ਦੇ ਵਿੱਚ ਨਾਲ ਦੀ ਨਾਲ ਹੀ ਤੁਹਾਡੇ ਜੋ ਆਪਾਂ ਐਕਸਪਲੇਨ ਕਰਾਂਗੇ ਉਹਦੇ ਨਾਲ ਤੁਹਾਡਾ ਸਟੈਟਿਕ ਜੀਕੇ ਜਾਂ ਕੋਈ ਵੀ ਹੋਰ ਐਕਸਟਰਾ ਪੁਆਇੰਟ ਹੋਏਗਾ ਉਹ ਤੁਹਾਡਾ ਨਾਲ ਦੀ ਨਾਲ ਕਵਰ ਹੋ ਜਾਏਗਾ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ। ਦੇਖੋ ਜੀ 51 ਨੰਬਰ ਕੁਐਸਚਨ ਆ ਗਿਆ ਪਹਿਲਾ। ਹੁਣ ਅਵਾਰਡਸ ਦੇ ਉੱਤੇ ਕੁਐਸਚਨ ਆਉਂਦੇ ਹੁੰਦੇ ਨੇ, ਸਪੋਰਟਸ ਦੇ ਕੁਐਸਚਨ ਬਣ ਗਏ, ਸਾਇੰਸ ਐਂਡ ਟੈਕ ਤੇ ਕੁਐਸਚਨ ਬਣ ਗਏ, ਐਨਵਾਇਰਨਮੈਂਟ ਤੇ ਕੁਐਸਚਨ ਬਣ ਗਏ, ਸਪੋਰਟਸ ਤੇ ਕੁਐਸਚਨ ਬਣ ਗਏ, ਲਿਟਰੇਚਰ ਤੇ ਬਣ ਗਏ, ਸਿਨੇਮਾ ਤੇ ਬਣ ਗਏ। ਹੁਣ ਇਹਦੇ ਵਿੱਚ ਤੇ ਹੀ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਬਣਦੇ ਹੁੰਦੇ ਨੇ। ਸੋ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਇਹ ਜਿਹੜੀ ਮੰਥਲੀ ਸੀਰੀਜ਼ ਆ ਉਹ ਸ਼ੁਰੂ ਕੀਤੀ ਆ, ਜਿਹੜੀ ਕਿ ਆਪਾਂ ਫਿਲਹਾਲ ਅੱਜ ਆਪਾਂ 11 ਜੂਨ ਤੋਂ 30 ਜੂਨ ਤੱਕ, ਪਹਿਲਾਂ ਆਪਾਂ 1 ਤੋਂ 10 ਜੂਨ ਤੱਕ ਕੀਤੇ ਸੀ, ਇਹਦੇ ਵਿੱਚ ਆਪਾਂ 11 ਜੂਨ ਤੋਂ 30 ਜੂਨ ਤੱਕ ਜਿੰਨੇ ਵੀ ਬੈਸਟ MCQ ਨੇ ਸਾਰੇ ਕਵਰ ਕਰ ਲਿਆ। ਸੋ ਆਪਾਂ ਬੈਸਟ ਕਰਾਂਗੇ, ਚਾਹੇ ਉਹ ਇੱਕ ਮਹੀਨੇ ਦੇ ਵਿੱਚ 100 MCQ ਹੋ ਜਾਣ, ਚਾਹੇ 150 ਹੋ ਜਾਣ, ਚਾਹੇ 200 ਹੋ ਜਾਣ, ਚਾਹੇ 250 ਹੋ ਜਾਣ, ਸਿਰਫ ਆਪਾਂ ਬੈਸਟ MCQ ਹੀ ਚੱਕਾਂਗੇ। ਠੀਕ ਹੈ ਜੀ, ਸੋ ਸ਼ੁਰੂ ਕਰਦੇ ਹਾਂ ਜੀ। ਸੋ ਟਾਈਮਜ਼ ਬਿਜ਼ਨਸ ਆਫ ਅਵਾਰਡ 2022 ਦਾ ਉਹਨਾਂ ਨੇ ਪੁੱਛਿਆ ਕਿ ਕਿਹਨੂੰ ਦਿੱਤਾ ਗਿਆ ਵਾ, ਰਸ਼ਮੀ ਸਾਹੂ, ਗੇਜ਼ਲ ਅਲਗਾ ਜਾਂ ਵਿਨੀਤਾ ਸਿੰਘ ਜਾਂ ਫਲੁੰਗ ਨਾਇਰ, ਦੱਸੋ ਜੀ। ਸੋ ਇਹ ਜੇਕਰ ਤੁਸੀਂ ਕਿਸੇ ਵੀ ਸੋਰਸ ਨੂੰ ਮੈਂ ਤੁਹਾਨੂੰ ਕਿਹਾ ਕਿ ਫੋਲੋ ਕਰ ਰਹੇ ਹੋ ਤਾਂ ਆਪਾਂ ਤੁਹਾਨੂੰ 5-7 ਸੈਕਿੰਡ ਦਾ ਟਾਈਮ ਦੇਵਾਂਗੇ। ਸੋ ਇਹਦਾ ਪਹਿਲੀ ਗੱਲ ਤਾਂ ਸਹੀ ਆਨਸਰ ਬਣਦਾ ਜੀ, ਰਸ਼ਮੀ ਸਾਹੂ ਨੂੰ ਟਾਈਮਜ਼ ਬਿਜ਼ਨਸ ਆਫ 2022 ਦਾ ਅਵਾਰਡ ਮਿਲਿਆ। ਹੁਣ ਜੀ ਇਹ ਕੌਣ ਆ? ਰਸ਼ਮੀ ਸਾਹੂ ਬਾਰੇ ਵੀ ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ ਵੀ ਇਹ ਕੌਣ ਆ। ਇਹ ਨਾ ਇੱਕ ਰੁਚੀ ਫੂਡ ਲਾਈਨ ਨਾਮ ਦੀ ਕੰਪਨੀ ਆ, ਰੁਚੀ ਫੂਡ ਲਾਈਨ ਨਾਮ ਦੀ ਕੰਪਨੀ ਆ ਜਿਹੜੀ ਕਿ ਸਪਾਈਸਿਸ ਕੰਪਨੀ ਆ, ਜਿਹੜੀ ਕਿ ਨੰਬਰ 1 ਉੜੀਸਾ ਦੀ ਕੰਪਨੀ ਆ। ਠੀਕ ਆ, ਇਹਦੇ ਲਈ ਇਸ ਨੂੰ ਟਾਈਮਜ਼ ਆਫ ਬਿਜ਼ਨਸ ਅਵਾਰਡ ਮਿਲਿਆ ਵਾ। ਠੀਕ ਆ, ਹੁਣ ਜਿਹੜੇ ਅਗਰ ਆਪਾਂ ਗੱਲ ਕਰੀਏ ਇਹ ਅਵਾਰਡ ਕਿਹਨੇ ਦਿੱਤਾ ਇਹਨਾਂ ਨੂੰ, ਠੀਕ ਆ, ਕਿੰਨਾਂ ਦੇ ਹੱਥੋਂ ਮਤਲਬ ਇਹ ਅਵਾਰਡ ਮਿਲਿਆ, ਤਾਂ ਇਹ ਅਵਾਰਡ ਇਹਨਾਂ ਨੂੰ ਮਿਲਿਆ ਸੋਨੂ ਸੂਦ ਦੇ ਹੱਥੋਂ। ਠੀਕ ਹੈ ਜੀ, ਸੋ ਨੈਕਸਟ ਚੱਲਦੇ ਹਾਂ ਜੀ ਆਪਾਂ ਆਪਣੇ ਅਗਲੇ ਕੁਐਸਚਨ। ਸੋ ਆਪਾਂ ਉਹੀ ਚੀਜ਼ ਐਕਸਪਲੇਨ ਕਰਾਂਗੇ ਜਿਹੜੀ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਬਣ ਸਕਦੀਆਂ, ਐਕਸਟਰਾ ਤੁਹਾਡੀ ਜਰਨਲ ਨੌਲੇਜ ਲਈ ਵੀ ਆਪਾਂ ਥੋੜਾ ਬਹੁਤ ਐਕਸਟਰਾ ਐਡ ਕੀਤਾ ਹੋਇਆ। 2022 ਦੇ ਵਿੱਚ ਜੀ ਇੱਕ SDG ਆਪਣਾ ਰੈਂਕ ਹੁੰਦਾ ਵਾ, ਇੰਡੈਕਸ ਜਾਰੀ ਹੁੰਦਾ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਭਾਰਤ ਦਾ ਦਰਜਾ ਕੀ ਆ। ਠੀਕ ਹੈ ਜੀ, ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਵਿੱਚ ਭਾਰਤ ਦਾ ਦਰਜਾ ਕੀ ਆ ਜੀ, 117 ਵਾ, 120 ਵਾ, 121 ਵਾ ਜਾਂ 122 ਵਾ। ਸੋ ਇਹਦਾ ਤੁਸੀਂ ਸਹੀ ਆਨਸਰ ਆਪਦੇ ਮਾਈਂਡ ਦੇ ਵਿੱਚ ਸੋਚਣਾ ਵਾ ਕਿ ਕਿਹੜਾ ਆਨਸਰ ਇਹਦਾ ਬਿਲਕੁਲ ਸਹੀ ਹੋ ਸਕਦਾ ਵਾ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਇਹਦਾ ਜੀ। ਫਿਲਹਾਲ 2022 ਦੇ ਵਿੱਚ ਜਿਹੜਾ ਰੈਂਕ ਹੋਇਆ ਵਾ ਇੰਡੀਆ ਦਾ 121 ਆਇਆ ਵਾ। 2021 ਦੇ ਵਿੱਚ ਕੀ ਸੀ, 2021 ਚ 117 ਰੈਂਕ ਸੀ, ਮਤਲਬ 4 ਰੈਂਕ ਹੋਰ ਪਿੱਛੇ ਚਲਿਆ ਗਿਆ ਵਾ। ਠੀਕ ਆ, ਸੋ 66 ਸਕੋਰ ਬਣੇ ਸੀ ਇੰਡੀਆ ਦੇ ਇਸ ਵਾਰ 100 ਦੇ ਵਿੱਚੋਂ। ਤਾਂ ਇਹਦੇ ਵਿੱਚ ਟੋਟਲ ਜੇਕਰ ਆਪਾਂ ਨੂੰ ਕੰਟਰੀਆਂ ਦੀ ਪੁੱਛੇ, ਠੀਕ ਆ, ਕੰਟਰੀਜ਼ ਆਪਣੀਆਂ ਹੋਈਆਂ 163 ਕੰਟਰੀਆਂ ਦੇ ਵਿੱਚੋਂ 121 ਰੈਂਕ ਆਇਆ। ਠੀਕ ਆ, ਸੋ ਜ਼ਿਆਦਾ ਵਧੀਆ ਰੈਂਕ ਨਹੀਂ ਆਪਾਂ ਕਹਿ ਸਕਦੇ, ਸੋ ਪਿੱਛੇ ਹੀ ਗਏ ਆ ਆਪਾਂ। ਠੀਕ ਆ, ਹੁਣ ਆਪਾਂ ਦੇਖੋ, ਹੁਣ ਇਹਦੇ ਵਿੱਚ ਮੇਨ ਮੈਂ ਤੁਹਾਡੇ ਲਈ ਥੋੜਾ ਜਿਹਾ ਮੈਂ ਐਡ ਵੀ ਕਰਕੇ ਲੈ ਕੇ ਆਇਆ ਮੈਂ ਇਹਦੇ ਵਿੱਚ। ਠੀਕ ਆ, ਸੋ ਟੌਪ ਰੈਂਕ ਆ, ਜਿਹੜਾ ਟੌਪ ਰੈਂਕ ਇਹਦਾ ਵਿੱਚ ਫਿਨਲੈਂਡ 1 ਨੰਬਰ ਦੇ ਉੱਤੇ ਰਿਹਾ ਵਾ। ਹੁਣ ਯੂਨੀਅਨ ਮਿਨਿਸਟਰ ਜਿਹੜਾ ਆਪਣਾ ਵਾ, ਠੀਕ ਆ, এনवायरमेंट ਮਿਨਿਸਟਰ ਭੁਪਿੰਦਰ ਯਾਦਵ ਨੇ ਟਿਊਜ਼ਡੇ ਨੂੰ ਕਿਹਾ ਵਾ ਕਿ ਇਹ ਰੈਂਕ ਕਿਉਂ ਉਹ ਹੋਇਆ, ਕਿਉਂਕਿ ਇਹਦੇ ਵਿੱਚ ਆਪਾਂ ਦੇਖਿਆ ਕਿ ਕੁਝ ਮੇਜਰ ਚੈਲੰਜਸ ਆ ਜਿਹੜੇ ਕਿ ਸਸਟੇਨੇਬਲ ਡਿਵੈਲਪਮੈਂਟ ਆਪਣੇ ਇਹਦੇ ਵਿੱਚ ਹੁੰਦੇ ਨੇ। ਤਾਂ ਇਹਦੇ ਵਿੱਚ ਜ਼ੀਰੋ ਹੰਗਰ ਹੋ ਗਿਆ, ਗੁੱਡ ਹੈਲਥ ਵੈਲਬੀਇੰਗ ਹੋ ਗਿਆ, ਜੈਂਡਰ ਇਕੁਐਲਿਟੀ ਹੋ ਗਿਆ, ਸਸਟੇਨੇਬਲ ਸਿਟੀ ਕਮਿਊਨੀਕੇਸ਼ਨ, ਇਦਾਂ ਦੇ ਜਿਹੜੇ ਹੁੰਦੇ ਨੇ। ਠੀਕ ਆ, ਸੋ ਇੰਡੀਆ ਨੇ ਕੁਆਲਿਟੀ ਐਜੂਕੇਸ਼ਨ ਤੇ ਲਾਈਫ ਔਨ ਲੈਂਡ ਐਸਪੈਕਟ ਦੇ ਉੱਤੇ ਵੀ ਬਹੁਤ ਪੂਰਲੀ ਪਰਫਾਰਮ ਕੀਤਾ, ਜਿਹਦੇ ਕਰਕੇ ਇੰਡੀਆ ਦਾ ਰੈਂਕ ਥੱਲੇ ਗਿਆ ਵਾ। ਠੀਕ ਹੈ ਜੀ, ਸੋ ਆ ਤੁਸੀਂ ਦੇਖ ਸਕਦੇ ਹੋ। ਠੀਕ ਆ, ਇਹਦੇ ਉੱਤੇ ਮੇਨ ਫੋਕਸ ਰੱਖਣਾ ਵਾ, ਕਿਉਂਕਿ ਇਹੋ ਜਿਹੇ ਕੁਐਸਚਨ ਪੇਪਰ ਦੇ ਉੱਤੇ PSSB ਹੋ ਗਿਆ, ਇਹ ਬਹੁਤ ਜ਼ਿਆਦਾ ਫੋਕਸ ਕਰਦਾ ਵਾ, ਇਦਾਂ ਦੇ ਰੈਂਕ ਹੋ ਗਏ, ਇੰਡੈਕਸ ਹੋ ਗਏ। ਠੀਕ ਆ, ਫਿਰ ਜਦੋਂ ਆਪਣਾ ਇਹ ਸਾਲ ਪੂਰਾ ਵੀ ਹੋ ਜਾਏਗਾ ਨਾ, ਉਸ ਤੋਂ ਬਾਅਦ ਮੈਂ ਤੁਹਾਡੇ ਲਈ ਇੱਕ ਪੂਰੀ ਜਿਹੜੇ ਕਿ ਪੂਰੇ ਈਅਰਲੀ ਰੈਂਕ ਹੋਣਗੇ ਉਹ ਸਾਰੇ ਆਪਾਂ ਲੈ ਆਵਾਂਗੇ। ਸੋ ਮੈਂ ਅਲੱਗ ਤੋਂ ਤਾਂ ਨਹੀਂ ਕਰਵਾ ਰਿਹਾ ਕਿਉਂਕਿ ਕੁਝ ਅਜੇ ਤੱਕ ਇੰਡੈਕਸ ਜਾਰੀ ਹੋ ਚੁੱਕੇ ਨੇ, ਕੁਝ ਅਜੇ ਨਹੀਂ ਹੋਏਗੇ। ਸੋ ਆਪਾਂ ਨਾਲ ਦੀ ਨਾਲ ਕਵਰ ਕਰੀ ਜਾਵਾਂਗੇ, ਸੋ ਅਲੱਗ ਤੋਂ ਵੀ ਕਰ ਲਵਾਂਗੇ। ਸੋ ਨੈਕਸਟ ਆ ਗਿਆ। ਠੀਕ ਹੈ,
ਹੁਣ ਜੀ ਆਪਣਾ ਨੈਕਸਟ ਕੁਐਸਚਨ ਬਣਦਾ ਵਾ ਜੀ 53 ਨੰਬਰ ਕਿ ਰਾਸ਼ਟਰੀ ਹਵਾਈ ਖੇਡ ਨੀਤੀ 2022 ਦੇ ਅਨੁਸਾਰ ਭਾਰਤ ਕਿਹੜੇ ਸਾਲ ਤੱਕ ਚੋਟੀ ਦੇ ਹਵਾਈ ਖੇਡ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਜਾਏਗਾ। ਠੀਕ ਹੈ, 에ਅਰ ਸਪੋਰਟਿੰਗ ਨੇਸ਼ਨ ਦੇ ਵਿੱਚ ਕਦੋਂ ਕਿਹੜੇ ਸਾਲ ਤੱਕ ਹੋ ਜਾਏਗਾ ਜੀ? 2025, 2027, 2028 ਜਾਂ 2030। ਸੋ ਇਹਦਾ ਕਰੈਕਟ ਆਨਸਰ ਬਣਦਾ ਜੀ ਡੀ 2030 ਇਹਦਾ ਸਹੀ ਆਨਸਰ ਬਣਦਾ। ਠੀਕ ਹੈ, ਹੋਰ ਇਹਦੇ ਵਿੱਚ ਕੁਝ ਵੀ ਐਕਸਪਲੇਨ ਕਰਨ ਯੋਗ ਹੈ ਨਹੀਂਗਾ। ਨੈਕਸਟ ਆ ਗਿਆ ਜੀ ਸਾਡੇ ਕੋਲੇ QS ਦੀ ਇੱਕ ਨਾ ਵਰਲਡ ਯੂਨੀਵਰਸਿਟੀ ਰੈਂਕਿੰਗ ਜਾਰੀ ਹੁੰਦੀ ਸੀ ਆ, ਉਹਦੇ ਵਿੱਚ 2023 ਲਈ ਪੁੱਛਿਆ। ਠੀਕ ਹੈ, 2023 ਵਿੱਚ ਕਿਹੜੀ ਭਾਰਤੀ ਯੂਨੀਵਰਸਿਟੀ ਨੇ ਚੋਟੀ ਦਾ ਦਰਜਾ ਪ੍ਰਾਪਤ ਕੀਤਾ ਹੈ। ਠੀਕ ਹੈ ਜੀ, IISc ਬੈਂਗਲੌਰ, IIT ਬੰਬੇ, IIT ਦਿੱਲੀ ਜਾਂ IIT ਮਦਰਾਸ। ਸੋ ਇਹ ਤੁਸੀਂ ਆਨਸਰ ਦੇਣਾ ਵਾ ਕਿ ਕਿਹੜਾ ਇਹਦਾ ਸਹੀ ਹੁੰਦਾ। ਠੀਕ ਹੈ ਜੀ, ਸੋ ਇਹਦਾ ਆਨਸਰ ਸਹੀ ਬਣਦਾ ਜੀ IISc ਬੈਂਗਲੌਰ। ਸੋ ਤੁਸੀਂ ਪਾਊਸ ਕਰਕੇ ਦੇਖ ਸਕਦੇ ਹੋ। ਠੀਕ ਆ, ਸੋ ਆਪਾਂ ਜ਼ਿਆਦਾ ਟਾਈਮ ਵੀ ਵੇਸਟ ਨਹੀਂ ਕਰਨਾ ਕਿ ਤੁਹਾਡਾ ਜ਼ਿਆਦਾ ਟਾਈਮ ਵੀ ਨਾ ਵੇਸਟ ਹੋਵੇ ਤੇ ਤੁਹਾਡੀ ਕੁਇਕ ਰਿਵੀਜ਼ਨ ਵੀ ਹੋ ਜਾਵੇ, ਚਾਹੇ ਤੁਸੀਂ ਕਿਸੇ ਵੀ ਸੋਰਸ ਨੂੰ ਫੋਲੋ ਕਰ ਰਹੇ ਹੋ। ਨੈਕਸਟ ਹੁਣ ਆ ਗਿਆ ਜੀ ਇੱਕ ਆ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਦੋਸਤੋ ਇਹ ਬਹੁਤ ਮਹੱਤਵਪੂਰਨ ਕੁਐਸਚਨ ਬਣਦਾ ਵਾ, ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰ ਲਓ ਕਿਉਂਕਿ ਇਹੋ ਜਿਹੇ ਕੁਐਸਚਨ ਵੀ ਪੇਪਰ ਦੇ ਵਿੱਚ ਆਉਂਦੇ ਨੇ। ਹੁਣ ਇੱਕ ਨਾ ਬੁੱਕਸ ਆਈਆਂ ਨੇ 2। ਠੀਕ ਹੈ ਜੀ, ਲੋਕਤੰਤਰ ਕੇ ਸਵਰ ਤੇ ਇੱਕ ਦਾ ਰਿਪਬਲਿਕ ਐਥਿਕ। ਠੀਕ ਆ, ਇਹ ਕਿਹੜੇ ਵਿਅਕਤੀ ਦੇ ਚੁਣੇ ਹੋਏ ਭਾਸ਼ਣ ਨੇ, ਮਤਲਬ ਕਿਹੜੇ ਭਾਸ਼ਣ ਦੇ ਵਿੱਚੋਂ, ਮਤਲਬ ਜਿਹੜੇ ਕਿ ਸਪੀਚਸ ਦੇ ਵਿੱਚੋਂ ਲੈ ਕੇ ਇਹ ਬਣਾਈਆਂ ਹੋਈਆਂ ਨੇ? ਨਰਿੰਦਰ ਮੋਦੀ, ਰਾਮਨਾਥ ਕੋਵਿੰਦ, ਅਨੁਰਾਗ ਠਾਕੁਰ ਜਾਂ ਅਟਲ ਬਿਹਾਰੀ ਵਾਜਪਾਈ। ਸੋ ਇਹ ਦੱਸਣਾ ਵਾ, ਤੁਸੀਂ ਕਿਤੋਂ ਵੀ ਪੜ੍ਹਿਆ ਹੋਏਗਾ ਤਾਂ ਤੁਹਾਨੂੰ ਇਹ ਹੋਏਗਾ ਤੇ ਨਾਲ ਦੀ ਨਾਲ ਰਿਵੀਜ਼ਨ ਵੀ ਹੋ ਜਾਊਗਾ। ਸੋ ਰਾਮਨਾਥ ਕੋਵਿੰਦ। ਠੀਕ ਆ, ਪ੍ਰੈਜ਼ੀਡੈਂਟ ਨੇ ਜਿਹੜੇ ਆਪਣੇ ਭਾਰਤ ਦੇ ਪ੍ਰੈਜ਼ੀਡੈਂਟ ਆਪਣੇ ਰਾਮਨਾਥ ਕੋਵਿੰਦ ਦੀ ਸਪੀਚ ਆ ਇਹ। ਠੀਕ ਆ, ਹੁਣ ਨੈਕਸਟ ਜੇਕਰ ਆਪਾਂ ਗੱਲ ਕਰੀਏ ਪੇਪਰ ਨੂੰ ਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਜ਼ਰੂਰੀ ਇਹੀ ਚੀਜ਼ ਇਹੋ ਕਰਨਾ। ਹੁਣ ਇਹਦੇ ਵਿੱਚ ਇਹ ਵੀ ਕਹਿਣਗੇ ਕਿ ਕਿੰਨਾ ਨੇ ਇਹ ਪੁਸਤਕ ਆ ਜਿਹੜੀ ਰਿਲੀਜ਼ ਕੀਤੀ ਸੀ, ਇਹ ਕਿਹਨੇ ਕੀਤੀ ਹੈ ਜੀ? ਇੱਕ ਧਰਮਿੰਦਰ ਪ੍ਰਧਾਨ। ਠੀਕ ਹੈ ਜੀ, ਧਰਮਿੰਦਰ ਪ੍ਰਧਾਨ ਤੇ ਨਾਲ ਇਹਨਾਂ ਦੇ ਅਨੁਰਾਗ ਠਾਕਰ ਜਿਹੜੇ ਕਿ ਮਿਨਿਸਟਰੀ ਆਫ ਬ੍ਰੌਡਕਾਸਟ ਤੇ ਆਪਣੇ ਸਪੋਰਟਸ ਮਿਨਿਸਟਰ ਨੇ ਅਨੁਰਾਗ ਠਾਕਰ। ਠੀਕ ਆ, ਜਿਹੜੇ ਆਪਣੇ ਯੂਨੀਅਨ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਜਿਹੜੇ ਆਪਣੇ ਮਿਨਿਸਟਰ ਨੇ ਇਹ ਨੇ ਧਰਮਿੰਦਰ ਪ੍ਰਧਾਨ ਤੇ ਅਨੁਰਾਗ ਠਾਕੁਰ ਨੇ ਇਹ ਬੁੱਕ ਲਾਂਚ ਕੀਤੀਆਂ ਨੇ। ਠੀਕ ਆ, ਪੁਸਤਕਾਂ ਜਿਹੜੀਆਂ ਲੋਕਤੰਤਰ ਕੇ ਸਵਰ ਤੇ ਦਾ ਰਿਪਬਲਿਕ ਐਥਿਕ। ਚੰਗੀ ਤਰ੍ਹਾਂ ਯਾਦ ਕਰ ਲਓ, ਮੋਸਟ ਐਕਸਪੈਕਟਡ ਕੁਐਸਚਨ ਆ। ਠੀਕ ਆ, ਪੇਪਰ ਦੇ ਵਿੱਚ ਆਉਣ ਵਾਲਾ। ਨੈਕਸਟ ਆ ਗਿਆ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਜਿਹਨੂੰ ਆਪਾਂ ਕਹਿ ਦਿੰਦੇ ਆ। ਠੀਕ ਆ, ਕਿਹੜੀ ਨੇ ਕਹਿੰਦੇ ਇੱਕ ਰੋਬੋਟ ਤਿਆਰ ਕੀਤਾ, ਹੋਮਸੈਪ ਵਿਕਸਿਤ ਕੀਤਾ ਜੋ ਭਾਰਤ ਦੇ ਵਿੱਚ ਮੈਨੂਅਲ ਸਕ੍ਰੈਬਿੰਗ ਨੂੰ ਖਤਮ ਕਰ ਦੇਗਾ। ਮਤਲਬ ਕਿ ਰੋਬੋਟ ਮਨੁੱਖੀ ਦਖਲ ਤੋਂ ਬਿਨਾ ਠੀਕ ਆ ਸੈਪਟਿਕ ਟੈਂਕਾਂ ਨੂੰ ਸਾਫ਼ ਕਰ ਸਕਦਾ ਵਾ। IIT ਕਾਨਪੁਰ, IIT ਰੁੜਕੀ, IIT ਦਿੱਲੀ, IIT ਮਦਰਾਸ। ਕਿਉਂਕਿ ਨਾ ਇਹੋ ਜਿਹੇ ਸਾਇੰਸ ਐਂਡ ਟੈਕ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹੋ ਜਿਹੇ ਕੁਐਸਚਨ ਦੇ ਵਿੱਚੋਂ ਕਰੰਟ ਅਫੇਅਰ ਪੁੱਛਣਗੇ, ਕਿਉਂਕਿ ਉਹਨਾਂ ਨੇ ਨਾ ਸਪੈਸ਼ਲ ਹੀ ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਆ। ਪਿਛਲੇ 2021 ਦੇ ਵਿੱਚ ਉਹਨਾਂ ਨੇ ਜ਼ਿਆਦਾ ਕਰੰਟ ਅਫੇਅਰ ਦੇ ਕੁਐਸਚਨ ਨਹੀਂ ਆਏ ਸੀ, 1 ਜਾਂ 2 ਕੁਐਸਚਨ ਹੀ ਆ ਰਹੇ ਸੀ ਜੇਕਰ 20 ਨੰਬਰ ਦੀ ਜੀਕੇ ਪੁੱਛਦੇ ਸੀ। ਇਸ ਵਾਰ ਉਹਨਾਂ ਨੇ 30 ਨੰਬਰ ਦੀ ਜੀਕੇ ਪੁੱਛਿਆ ਤਾਂ ਅਲੱਗ ਤੋਂ ਇਹਨਾਂ ਨੇ ਮੈਂਸ਼ਨ ਵੀ ਕੀਤਾ ਕਿ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਦੇ ਕਰੰਟ ਅਫੇਅਰ ਨਾਲ ਕਰੰਟ ਇਸ਼ੂ ਨਾਮ ਦਾ ਇੱਕ ਟੌਪਿਕ ਦਿੱਤਾ ਹੋਇਆ ਜਿਹੜਾ ਕਿ ਜ਼ਿਆਦਾਤਰ PPSC ਪੁੱਛਦਾ ਵਾ। ਠੀਕ ਆ, ਸੋ ਇਹ ਥੋੜਾ ਜਿਹਾ PPSC ਨੂੰ ਫੋਲੋ ਕਰਕੇ ਇਹਨਾਂ ਨੇ ਸਿਲੇਬਸ ਪਾਇਆ ਤਾਂ ਆਪਾਂ ਉਮੀਦ ਕਰ ਸਕਦੇ ਹਾਂ। ਸੋ ਮੇਰੇ ਅਕੋਰਡਿੰਗ ਪਹਿਲਾਂ ਮੈਨੂੰ ਉਮੀਦ ਨਹੀਂ ਸੀ, ਕਿਉਂਕਿ ਜੇਕਰ ਪਹਿਲਾਂ ਵਾਲੇ ਤਰੀਕੇ ਦੇ ਅਕੋਰਡਿੰਗ ਹੀ ਪੇਪਰ ਸੈੱਟ ਹੁੰਦਾ ਵਾ ਤਾਂ ਜ਼ਿਆਦਾ ਕਰੰਟ ਅਫੇਅਰ ਨਹੀਂ ਆਉਣਗੇ। ਜੇਕਰ ਇਹ PPSC ਦਾ ਪੈਟਰਨ ਥੋੜਾ ਜਿਹਾ ਫੋਲੋ ਕਰਕੇ ਕਰਨਗੇ ਤਾਂ ਤੁਹਾਨੂੰ ਕੁਐਸਚਨ ਕਰੰਟ ਅਫੇਅਰ ਦੇ ਦੇਖਣ ਨੂੰ ਮਿਲ ਸਕਦੇ ਆ। 5 ਤੋਂ 7 ਕੁਐਸਚਨ ਤੁਹਾਨੂੰ 30 ਦੇ ਵਿੱਚੋਂ ਕਰੰਟ ਅਫੇਅਰ ਦੇ ਦੇਖਣ ਨੂੰ ਮਿਲ ਸਕਦੇ ਆ। ਹੋ ਸਕਦਾ ਕੁਝ ਪੇਪਰਾਂ ਦੇ ਵਿੱਚ ਜ਼ਿਆਦਾ ਵੀ ਦੇਖਣ ਨੂੰ ਮਿਲਣ। ਸੋ ਇਹ ਤੁਸੀਂ ਚੰਗੀ ਤਰ੍ਹਾਂ ਕਰਨੇ ਆ। ਠੀਕ ਆ, ਸੋ ਇਹਦੇ ਵਿੱਚ ਵੀ ਸਾਇੰਸ ਐਂਡ ਟੈਕ ਹੋ ਗਿਆ, ਐਨਵਾਇਰਨਮੈਂਟ ਹੋ ਗਿਆ। ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਇਹਨਾਂ ਦੇ ਉੱਤੇ ਤੁਸੀਂ ਧਿਆਨ ਦੇਣਾ। ਹੁਣ ਕਿਹੜੀ ਇੰਸਟੀਚਿਊਟ ਨੇ ਕੀਤਾ ਜੀ? ਇਹ ਆਪਣਾ IIT ਮਦਰਾਸ ਆ। ਠੀਕ ਆ ਜੀ, ਜਿਹਨੇ ਇਹ ਵਿਕਸਿਤ ਕੀਤਾ ਵਾ। ਨੈਕਸਟ ਕਰਦੇ ਹਾਂ ਜੀ ਆਪਾਂ ਪਸ਼ੂਆਂ ਲਈ ਭਾਰਤ ਦੀ ਪਹਿਲੀ COVID-19 ਵੈਕਸੀਨ ਹੇਠ ਲਿਖਿਆਂ ਵਿੱਚੋਂ ਕਿਹੜੀ ਆ? ਠੀਕ ਆ, ਪਸ਼ੂਆਂ ਲਈ ਭਾਰਤ ਦੀ ਭਾਰਤ ਦੀ ਜਿਹੜੀ ਘਰੇਲੂ ਹੋ ਗਈ, ਠੀਕ ਆ, ਹੋਮ ਗਰੋ ਜਿਹੜੀ COVID-19 ਵੈਕਸੀਨ ਕਿਹੜੀ ਆ ਜੀ? ਐਨੋਕੋਵੈਕਸ, ਐਕੋਵੈਕਸ, ਐਮੋਕੋਵੈਕਸ ਜਾਂ ਕੋਵੈਕਸ? ਦੱਸੋ ਜੀ। ਇਹ ਮੋਸਟ ਇੰਪੋਰਟੈਂਟ ਬਣਦੇ ਨੇ ਪੇਪਰ ਦੇ ਵਿੱਚ, ਇਹੋ ਜਿਹੇ ਕੁਐਸਚਨ ਹੀ ਪੇਪਰ ਦੇ ਵਿੱਚ ਪੁੱਟ ਹੁੰਦੇ ਨੇ। ਠੀਕ ਆ, ਸੋ ਐਨੋਕੋਵੈਕਸ ਆ ਜਿਹੜੀ ਕਿ ਪਸ਼ੂਆਂ ਲਈ ਘਰੇਲੂ COVID-19 ਵੈਕਸੀਨ ਵਿਕਸਿਤ ਕੀਤੀ ਗਈ ਆ। ਨੈਕਸਟ ਕਰਦੇ ਹਾਂ ਜੀ। ਹਾਂਜੀ 58 ਨੰਬਰ ਕੁਐਸਚਨ ਦੇ ਵਿੱਚ ਉਹ ਕਹਿੰਦੇ ਜੀ ਰੁੱਖ ਟਰਾਂਸਪਲਾਂਟੇਸ਼ਨ ਨੀਤੀ ਜਿਹੜੀ ਹੁਣ ਲਾਗੂ ਕਰਨ ਵਾਲਾ ਪਹਿਲਾ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਵਾ ਜੀ? ਕਿਹੜੀ ਆ ਪਹਿਲੀ ਫਸਟ ਸਟੇਟ ਜਾਂ UT ਆ? ਦਿੱਲੀ ਆ, ਪੰਜਾਬ ਆ, ਆਪਣਾ ਹਿਮਾਚਲ ਪ੍ਰਦੇਸ਼ ਆ ਜਾਂ ਹਰਿਆਣਾ ਵਾ? ਦੇਖੋ ਹੁਣ ਇਹ ਵਾਲਾ এনवायरमेंट ਦੇ ਨਾਲ ਰਿਲੇਟਡ ਇਸ਼ੂ ਹੋ ਗਿਆ। ਆਮ ਤੌਰ ਤੇ ਤੁਸੀਂ ਦੇਖੋ এনवायरमेंट ਇਸ਼ੂ ਦੇ ਨਾਲ ਰਿਲੇਟਡ ਇਹ ਆ ਗਿਆ ਕਿ ਕਿਹਨੇ ਇਹ ਨੀਤੀ ਪਾਲਿਸੀ ਟਰੀ ਟਰਾਂਸਪਲਾਂਟੇਸ਼ਨ ਪਾਲਿਸੀ ਲਾਂਚ ਕੀਤੀ ਆ। ਸੋ ਇਹ ਵਾਲੀ ਚੀਜ਼ ਤੁਹਾਨੂੰ ਹੋਣੀ ਚਾਹੀਦੀ ਆ।
ਸੋ ਇਹਦਾ ਸਹੀ ਆਨਸਰ ਬਣਦਾ ਪਿਆ ਜੀ ਦਿੱਲੀ। ਠੀਕ ਹੈ, ਦਿੱਲੀ ਇਹਦਾ ਸਹੀ ਆਨਸਰ ਬਣਦਾ ਪਿਆ। ਦਿੱਲੀ ਯੂਟੀ ਆ ਜਿਹੜੀ ਆਪਣੀ, ਠੀਕ ਹੈ, ਰਾਜਧਾਨੀ ਆ ਆਪਣੀ ਭਾਰਤ ਦੀ ਕੈਪੀਟਲ ਆ। ਠੀਕ ਆ, ਉਹਨੇ ਇਹ ਆਪਣਾ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਵਾ, ਰਾਜ ਜਾਂ ਕੇਂਦਰ ਸ਼ਾਸਿਤ। ਇਹਦੇ ਵਿੱਚ ਹੋਊਗਾ ਕਿ ਮੰਨ ਲਓ ਕੋਈ ਵੀ ਪ੍ਰੋਜੈਕਟ ਤਿਆਰ ਹੋ ਰਿਹਾ, ਉਹਦੇ ਅੰਡਰ ਕੁਝ ਮਤਲਬ ਟਰੀਸ ਆ ਰਹੇ ਆ। ਸੋ ਇਹ ਉਹੀ ਹੁੰਦਾ ਨਾ ਕਿ ਮਤਲਬ ਟਰੀਜ਼ ਨੂੰ ਵੱਢ ਕੇ ਕੋਈ ਵੀ ਪ੍ਰੋਜੈਕਟ ਤਿਆਰ ਕਰ ਦਿੰਦੇ ਨੇ। ਸੋ ਉਹਨਾਂ ਨੇ ਇਹ ਚੀਜ਼ ਕਹੀ ਆ ਕਿ ਜੇਕਰ ਤੁਸੀਂ ਮੰਨ ਲਓ, ਮੈਂ ਆਹ ਐਡ ਕੀਤਾ ਹੋਇਆ ਤੁਹਾਡੇ ਲਈ, ਠੀਕ ਆ, ਮਤਲਬ ਜੇਕਰ ਕੋਈ ਉਸਾਰੀ ਪ੍ਰੋਜੈਕਟ ਮੰਨ ਲਓ ਕੋਈ ਵੀ ਕੰਸਟਰਕਸ਼ਨ ਪ੍ਰੋਜੈਕਟ ਹੋ ਗਿਆ ਤਾਂ ਉਹਦੇ ਵਿੱਚ ਮਤਲਬ ਪ੍ਰਭਾਵਿਤ ਹੋ ਗਿਆ ਤਾਂ ਘੱਟ ਤੋਂ ਘੱਟ 80% ਰੁੱਖਾਂ ਨੂੰ ਰੀਟ੍ਰਾਂਸਪਲਾਂਟ ਕਰਨਾ ਪਊਗਾ। ਠੀਕ ਆ, ਉਸਾਰੀ ਜਿਹੜੀ ਹੁਣ ਪ੍ਰੋਜੈਕਟ ਕੰਪਨੀਆਂ, ਕੰਸਟਰਕਸ਼ਨ ਪ੍ਰੋਜੈਕਟ ਕੰਪਨੀਆਂ ਨੇ, ਉਹਨਾਂ ਨੂੰ ਇਹ ਵੀ ਕਰਨਾ ਪਏਗਾ ਜਿਹੜੇ ਉਹ 80% ਉਹਨਾਂ ਨੇ ਦਰਖਤ ਪੁਨਰ ਸਥਾਪਿਤ ਕੀਤੇ ਵੀ ਨੇ। ਠੀਕ ਆ, ਤੇ ਜਾਣ ਤੋਂ ਬਾਅਦ ਬਚੇ ਵੀ ਰਹਿਣ। ਸੋ ਪੂਰੀ ਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ। ਸੋ ਇਹ ਬਹੁਤ ਹੀ ਵਧੀਆ ਕਦਮ ਆ ਜਿਹੜਾ ਕਿ ਆਪਣੀ ਦਿੱਲੀ ਸਰਕਾਰ ਨੇ ਲਿਆ ਵਾ। ਠੀਕ ਆ, ਸੋ ਉਹਨਾਂ ਨੇ ਇਹ ਵੀ ਆਦੇਸ਼ ਦਿੱਤਾ ਵਾ ਕਿ ਵਿਕਾਸ ਪ੍ਰੋਜੈਕਟਾਂ ਲਈ ਕੱਟੇ ਜਾਣ ਵਾਲੇ ਹਰੇਕ ਰੁੱਖ ਲਈ 10 ਬੂਟੇ ਲਗਾਏ ਜਾਣ। ਮੰਨ ਲਓ ਕੋਈ ਵੀ ਵਿਕਾਸ ਪ੍ਰੋਜੈਕਟ ਹੋ ਗਿਆ ਤਾਂ ਉਹਦੇ ਲਈ ਕੋਈ ਮੰਨ ਲਓ ਕਿ ਕੋਈ ਰੁੱਖ ਕੱਟਦਾ ਤਾਂ ਉਹਦੇ ਬਦਲੇ ਉਹ 10 ਬੂਟੇ ਹੋਰ ਲਾਉਣਗੇ। ਠੀਕ ਆ, ਸੋ ਇਹ ਬਹੁਤ ਹੀ ਵਧੀਆ ਪਹਿਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਹੁਣ ਇਸ ਟਾਈਮ ਦੇ ਉੱਤੇ এনवायरमेंट ਇਸ਼ੂ ਬਹੁਤ ਵੱਡਾ ਬਣਿਆ ਹੋਇਆ ਵਾ, ਜਿਹਦੇ ਨਾਲ ਕਿ ਆਪਣੇ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ। ਠੀਕ ਆ, ਸੋ ਰੁੱਖ ਨੂੰ ਆਪਾਂ ਇਹੀ ਗੱਲ ਕਹਿੰਦੇ ਹਾਂ ਕਿ ਘਰਾਂ ਦੇ ਵਿੱਚ ਵੀ ਤੁਸੀਂ ਆਪਣੀ ਜੋ ਕਿਤੇ ਵੀ ਤੁਸੀਂ ਰਹਿੰਦੇ ਹੋ ਜਾਂ ਕਿਤੇ ਵੀ ਤੁਸੀਂ ਹੋ ਤਾਂ ਤੁਸੀਂ ਰੁੱਖ ਜ਼ਰੂਰ ਲਾਓ। ਠੀਕ ਆ, ਇੱਕ ਰੁੱਖ ਜ਼ਰੂਰ ਲਾਓ। ਨੈਕਸਟ ਕਰਦੇ ਹਾਂ, ਕਿਸ ਦੇਸ਼ ਨੇ ਹਾਲ ਹੀ ਵਿੱਚ ਚੰਦਰਮਾ ਦਾ ਨਵਾਂ ਭੂ ਵਿਗਿਆਨਿਕ ਨਕਸ਼ਾ ਜਾਰੀ ਕੀਤਾ? ਠੀਕ ਆ, ਜੀਓਲੋਜੀਕਲ ਮੈਪ ਜਾਰੀ ਕੀਤਾ ਮੂਨ ਦੇ ਉੱਤੇ। ਕਿਹਨੇ? ਸੋ ਸਾਇੰਸ ਐਂਡ ਟੈਕ ਦੇ ਵਿੱਚੋਂ ਕੁਐਸਚਨ ਆ ਗਿਆ ਹੋਇਆ ਵਾ ਜੀ। ਨੈਕਸਟ ਆ ਗਿਆ, ਸੋ ਅਮਰੀਕਾ ਨੇ ਕੀਤਾ ਵਾ ਜੀ, ਰਸ਼ੀਆ ਨੇ ਕੀਤਾ, ਚਾਈਨਾ ਨੇ ਕੀਤਾ ਜਾਂ ਇੰਡੀਆ ਨੇ ਕੀਤਾ ਵਾ। ਸੋ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਕਿਹੜੇ ਦੇਸ਼ ਨੇ ਇਹ ਕੀਤਾ ਵਾ। ਠੀਕ ਆ ਜੀ, ਲਾਂਚ ਦੱਸੋ ਜੀ ਕਿਹੜਾ ਇਹਦਾ ਆਨਸਰ ਬਣਦਾ ਵਾ। ਜੇਕਰ ਤੁਸੀਂ ਕੀਤਾ ਹੋਇਆ ਵਾ ਤਾਂ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਡਾ ਹੱਲ ਹੋ ਜਾਏਗਾ। ਸੋ ਇਹ ਚਾਈਨਾ ਵਾ, ਚਾਈਨਾ ਨੇ ਰਿਲੀਜ਼ ਕੀਤਾ ਵਾ ਹੁਣੇ ਜੀਓਲੋਜੀਕਲ ਮੈਪ ਜਿਹੜਾ ਕਿ ਚੰਦਰਮਾ ਤੇ ਉੱਤੇ ਆ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ। ਨੈਕਸਟ ਆ ਗਿਆ ਜੀ, ਸੋ ਕਸਟਮ ਅਤੇ ਜੀਐਸਟੀ ਮਤਲਬ ਇੱਕ ਨਾ ਨੈਸ਼ਨਲ ਮਿਊਜ਼ੀਅਮ ਬਣਾ ਰਿਹਾ ਜੀ ਕਸਟਮ ਤੇ ਜੀਐਸਟੀ ਦਾ ਧਰੋਹਰ ਦੇ ਵਿੱਚ, ਜਿਹੜਾ ਰੀਸੈਂਟਲੀ ਇਨਐਗੂਰੇਟਡ ਕੀਤਾ ਕਿਹੜੀ ਸਟੇਟ ਜਾਂ ਯੂਟੀ ਦੇ ਵਿੱਚ? ਜੰਮੂ ਐਂਡ ਕਸ਼ਮੀਰ 'ਚ ਕੀਤਾ, ਦਿੱਲੀ 'ਚ ਕੀਤਾ, ਗੋਆ 'ਚ ਕੀਤਾ ਜਾਂ ਚੰਡੀਗੜ੍ਹ 'ਚ ਕੀਤਾ ਵਾ। ਸੋ ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਇਦਾਂ ਦਾ ਕਰੰਟ ਅਫੇਅਰ ਤੁਹਾਨੂੰ ਪੁੱਛਿਆ ਜਾ ਸਕਦਾ ਵਾ। ਠੀਕ ਆ, ਸੋ ਇਹ ਆਪਣਾ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਜੀ, ਗੋਆ ਦੇ ਵਿੱਚ ਕੀਤਾ ਵਾ ਇਹ। ਠੀਕ ਆ, ਇਨਐਗੂਰੇਟ। ਸੋ ਇਹਨੇ ਕੀਤਾ ਕਿ ਨਹੀਂ ਆ ਜੀ, ਫਾਈਨੈਂਸ ਮਿਨਿਸਟਰ ਨੇ ਆਪਣੇ ਜੋ ਨਿਰਮਲਾ ਸੀਤਾਰਮਨ ਆਪਣੇ ਫਾਈਨੈਂਸ ਮਿਨਿਸਟਰ ਨੇ, ਯੂਨੀਅਨ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਇਹ ਉਦਘਾਟਨ ਕੀਤਾ ਵਾ। ਠੀਕ ਹੈ ਜੀ, ਸੋ ਇਹ ਵੀ ਸਾਡਾ ਹੋ ਗਿਆ। ਹੁਣ ਆਪਾਂ ਨੈਕਸਟ ਕਰਦੇ ਹਾਂ ਜੀ। ਹੁਣ ਆਹ ਮੋਸਟ ਇੰਪੋਰਟੈਂਟ ਬਣਦਾ ਵਾ, ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰਨਾ ਵਾ। ਠੀਕ ਹੈ, ਇਹਨੂੰ ਬਿਲਕੁਲ ਵੀ ਤੁਸੀਂ ਆਪਣਾ ਉਹ ਨਹੀਂ ਕਰਨਾਗਾ। ਠੀਕ ਹੈ ਜੀ, ਸੋ ਕਿਹੜੀ ਸੰਸਥਾ ਵਾ, ਕਿਹੜੀ ਮਤਲਬ ਆਰਗੇਨਾਈਜੇਸ਼ਨ ਆ ਜਿਹਨੇ ਕਿ ਹਿੰਦੀ ਭਾਸ਼ਾ ਨੂੰ ਅਪਣਾ ਲਿਆ ਵਾ? ਠੀਕ ਹੈ ਜੀ, ਪਹਿਲੀ ਵਾਰੀ ਅਪਣਾਇਆ ਵਾ। ਠੀਕ ਆ, UNGA, UNEP ਜਾਂ UNDP ਜਾਂ ਨਨ ਆਫ ਥੀਸ? ਦੱਸੋ ਜੀ। ਸੋ ਇਹਦਾ ਬਿਲਕੁਲ ਸਹੀ ਬਣਦਾ ਬਾਈ UNGA ਦਾ ਮਤਲਬ ਕੀ ਹੋਗਾ? ਯੂਨਾਈਟਿਡ ਨੇਸ਼ਨ। ਠੀਕ ਹੈ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਹਿੰਦੀ ਭਾਸ਼ਾ ਨੂੰ ਪਹਿਲੀ ਵਾਰ ਅਪਣਾ ਲਿਆ ਹੋਇਆ ਵਾ। ਠੀਕ ਹੈ, ਸੋ ਇਹ ਵੀ ਇੰਪੋਰਟੈਂਟ ਬਣਦਾ। ਇੱਕ ਪੇਪਰ ਦੇ ਵਿੱਚ ਹੋਰ ਕੁਐਸਚਨ ਬਣਦਾ ਹੁੰਦਾ ਵਾ ਕਿ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ? ਹਿੰਦੀ ਦਿਵਸ ਮਨਾਇਆ ਜਾਂਦਾ, ਨੈਸ਼ਨਲ ਹਿੰਦੀ ਦਿਵਸ ਜਿਹੜਾ ਆਪਣਾ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ, ਉਹ ਕਦੋਂ ਮਨਾਇਆ ਜਾਂਦਾ? 14 ਸਤੰਬਰ ਨੂੰ ਮਨਾਇਆ ਜਾਂਦਾ। ਠੀਕ ਹੈ ਜੀ, ਇੰਪੋਰਟੈਂਟ ਕੁਐਸਚਨ ਬਣਦਾ ਕਿਉਂਕਿ 14 ਸਤੰਬਰ 1949 ਨੂੰ, ਠੀਕ ਹੈ ਜੀ, ਸਰਕਾਰ ਨੇ ਹਿੰਦੀ ਨੂੰ ਅਫੀਸ਼ੀਅਲ ਲੈਂਗੁਏਜ ਬਣਾਇਆ ਸੀ। ਠੀਕ ਆ, ਸੋ ਇਹ ਹਿੰਦੀ ਜਿਹੜੀ ਸਕ੍ਰਿਪਟ ਹੁੰਦੀ ਆ, ਜਿਹੜੀ ਇਹਦੀ ਲਿਪੀ ਕਿਹੜੀ ਹੁੰਦੀ ਆ ਜੀ ਹਿੰਦੀ ਭਾਸ਼ਾ ਦੀ? ਦੇਵਨਾਗਰੀ ਆਪਣੀ ਹੁੰਦੀ ਆ ਜੀ, ਦੇਵਨਾਗਰੀ ਸਕ੍ਰਿਪਟ ਲਿਪੀ ਹੁੰਦੀ ਆ ਹਿੰਦੀ ਭਾਸ਼ਾ ਦੀ। ਠੀਕ ਆ, ਸੋ ਇਹ ਵੀ ਤੁਹਾਡੇ ਹੁਣ ਦਿਮਾਗ ਦੇ ਵਿੱਚ ਰਹੇਗਾ ਕਿਉਂਕਿ ਕਈ ਵਾਰ ਪੇਪਰ ਦੇ ਵਿੱਚ ਇਹ ਵੀ ਪੁੱਛ ਸਕਦੇ ਆ ਕਿ ਜਿਹੜੀ ਹਿੰਦੀ ਲੈਂਗੁਏਜ ਦੀ ਸਕ੍ਰਿਪਟ ਕਿਹੜੀ ਆ। ਜਿੱਦਾਂ ਕਿ ਆਪਾਂ ਪੁੱਛਦੇ ਹੁੰਦੇ ਆ ਕਿ ਪੰਜਾਬੀ ਦੀ ਕਿਹੜੀ ਲਿਪੀ ਆ, ਜਿਹੜੀ ਕਿ ਮਤਲਬ ਗੁਰਮੁਖੀ ਲਿਪੀ ਆਪਾਂ ਕਹਿ ਦਿੰਦੇ ਹੁੰਦੇ ਕਿ ਪੰਜਾਬੀ ਦੀ ਕਿਹੜੀ ਲਿਪੀ ਆ? ਗੁਰਮੁਖੀ ਲਿਪੀ ਆ। ਸੋ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ ਨਾਲ ਫੋਕਸ ਕਰਨਾ ਹੁੰਦਾ। ਹੁਣ ਇਦਾਂ ਨਹੀਂ ਹੁੰਦਾ ਕਿ ਇੱਕ ਤੁਹਾਡਾ ਕੁਐਸਚਨ ਤੁਸੀਂ ਪੜ੍ਹਿਆ ਤੇ ਉਹਨੂੰ ਪੜ੍ਹ ਕੇ ਤੁਸੀਂ ਲਾ ਲਿਆ ਹਾਂ ਵੀ UNGA ਨੇ ਅਪਣਾਇਆ ਵਾ। ਉਹ ਜ਼ਰੂਰੀ ਨਹੀਂ। ਉਹ ਇਸ ਟਾਈਮ ਦੇ ਉੱਤੇ ਨਿਊਜ਼ 'ਚ ਆਏ, ਨਿਊਜ਼ ਦੇ ਉੱਤੇ ਉਹ ਹਿੰਦੀ ਲੈਂਗੁਏਜ ਦੇ ਉੱਤੇ ਕੋਈ ਵੀ ਕੁਐਸਚਨ ਪੁੱਛ ਸਕਦੇ ਨੇ। ਠੀਕ ਆ, ਸੋ ਇੱਕ ਤੁਹਾਡਾ ਮੈਂ ਤੁਹਾਨੂੰ ਕੁਐਸਚਨ ਪੁੱਛਾਂਗਾ, ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਇੱਕ ਜੋ ਆਪਣਾ ਪੰਜਾਬੀ ਭਾਸ਼ਾ ਨੂੰ ਅਫੀਸ਼ੀਅਲ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਦੋਂ ਅਪਣਾਇਆ ਗਿਆ ਸੀ? ਠੀਕ ਆ, ਇਹ ਤੁਸੀਂ ਦੱਸਣਾ। ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਵਾ ਇਹ। ਠੀਕ ਆ, PSSB ਤੇ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ। ਠੀਕ ਆ, ਇੱਕ ਵਰਲਡ ਹਿੰਦੀ ਡੇ ਹੁੰਦਾ ਵਾ। ਵਰਲਡ ਹਿੰਦੀ ਡੇ ਕਦੋਂ ਮਨਾਇਆ ਜਾਂਦਾ? 10 ਜਨਵਰੀ ਨੂੰ। ਠੀਕ ਹੈ, ਇਹ 'ਚ ਕਨਫਿਊਜ਼ ਨਾ ਹੋਇਆ। ਇੱਕ ਤਾਂ ਹੁੰਦਾ ਹਿੰਦੀ ਦਿਵਸ ਜਾਂ ਨੈਸ਼ਨਲ ਹਿੰਦੀ ਡੇ ਜਾਂ ਹਿੰਦੀ ਦਿਵਸ ਜਿਹੜਾ ਹੁੰਦਾ ਉਹ 14 ਸਤੰਬਰ ਨੂੰ। ਜ਼ਿਆਦਾਤਰ ਕੁਐਸਚਨ ਤੁਹਾਨੂੰ ਇਹਦੇ ਵਿੱਚੋਂ ਪੁੱਛਿਆ ਜਾਊਗਾ। ਠੀਕ ਆ, ਸੋ 10 ਜਨਵਰੀ ਕੀ ਆ? 10 ਜਨਵਰੀ ਵਰਲਡ ਹਿੰਦੀ ਡੇ। ਠੀਕ ਹੈ ਜੀ, ਸੋ ਇਹ ਹੋਗਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਅਪਣਾਇਆ ਵਾ। ਠੀਕ ਆ, ਇੰਪੋਰਟੈਂਟ ਕੁਐਸਚਨ ਬਣਦਾ ਵਾ ਕਿਸ ਰਾਸ਼ਟਰੀ ਪਾਰਕ ਵਿੱਚ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਕਿਹੜੇ ਨੈਸ਼ਨਲ ਪਾਰਕ ਦੇ ਵਿੱਚ ਭਾਰਤ ਸਰਕਾਰ ਅਗਸਤ 2022 ਦੇ ਵਿੱਚ ਦੱਖਣੀ ਅਫਰੀਕਾ ਤੋਂ ਚੀਤਿਆਂ ਨੂੰ ਲਿਆ ਕੇ ਇੱਥੇ ਦੁਬਾਰੇ ਪੁਨਰ ਨਿਵਾਸ ਕਰਨ ਜਾ ਰਹੀ ਆ।
पन्ना नैशनल पार्क, कान्हा नैशनल पार्क, बंधवगढ़ नैशनल पार्क ਜਾਂ कुन्नो पलपुर नैशनल पार्क, दसो जी। ਸੋ ਜੇਕਰ ਤੁਸੀਂ ਕੀਤਾ ਹੋਇਆ ਵਾ ਹੁਣੇ ਰੀਸੈਂਟਲੀ ਨਿਊਜ਼ ਦੇ ਵਿੱਚ ਅਗਸਤ ਦੇ ਵਿੱਚ ਲਿਆਏਗੀ, ਠੀਕ ਆ ਜੀ, ਚੀਤਿਆਂ ਨੂੰ ਬਾਅਦ ਚੋਂ ਪੁਨਰ ਨਿਵਾਸ ਕਰੇਗੀ। ਕੁੰਨੋ ਪਲਮਰ ਨੈਸ਼ਨਲ ਪਾਰਕ ਆ, ਕਿੱਥੇ ਲੋਕੇਟਡ ਆ ਜੀ? ਇਹ ਐਮਪੀ ਦੇ ਵਿੱਚ ਲੋਕੇਟਡ ਆ, ਮੱਧ ਪ੍ਰਦੇਸ਼ ਮਤਲਬ। ਹਾਂਜੀ, ਪੰਨਾ ਨੈਸ਼ਨਲ ਪਾਰਕ ਕਿੱਥੇ ਆ? ਇਹ ਵੀ ਐਮਪੀ 'ਚ ਆ। ਕਾन्हा ਨੈਸ਼ਨਲ ਪਾਰਕ ਕਿੱਥੇ ਆ? ਇਹ ਵੀ ਐਮਪੀ 'ਚ ਆ। ਬੰਧਵਗੜ੍ਹ ਨੈਸ਼ਨਲ ਪਾਰਕ ਕਿੱਥੇ ਆ? ਇਹ ਵੀ ਐਮਪੀ 'ਚ ਆ। ਇੱਕ ਨਾ ਮੈਂ ਸਟੈਟਿਕ ਜੀਕੇ ਦੀ ਤੁਹਾਨੂੰ ਕਲਾਸ ਕਰ ਦਾਂਗਾ ਪ੍ਰੋਵਾਈਡ ਬਹੁਤ ਜਲਦੀ, ਉਹਦੇ ਵਿੱਚ ਕਿ ਆਪਾਂ ਸਾਰੇ ਦੇ ਸਾਰੇ ਨੈਸ਼ਨਲ ਪਾਰਕ ਕਰ ਲਵਾਂਗੇ, ਕਿਉਂਕਿ ਨੈਸ਼ਨਲ ਪਾਰਕ ਦੇ ਉੱਤੇ ਇੱਕ ਅੱਧਾ ਕੁਐਸਚਨ ਬਣ ਜਾਂਦਾ ਵਾ ਪੇਪਰ ਦੇ ਵਿੱਚ। ਨੈਕਸਟ ਗੱਲ, ਸੋ PSPCL ਜਾਂ TCS ਹੋ ਗਿਆ, ਇਹ ਤਾਂ ਕਾਫੀ ਜ਼ਿਆਦਾ ਕੁਐਸਚਨ ਪੁੱਛਦਾ ਵਾ, ਠੀਕ ਆ। ਜਿੱਦਾਂ ਕਿ ਇਹਦੇ ਜਿਹੜੇ PSPCL ਦੇ ਐਗਜ਼ਾਮ ਹੈ ਨੈਸ਼ਨਲ ਪਾਰਕਸ ਦੇ ਵਿੱਚ, ਉਹ ਕਾਫੀ ਕੁਐਸਚਨ ਆਏ ਸੀ। PSSB ਵੀ ਪੁੱਛਦਾ ਵਾ, ਬਟ ਇਸ ਵਾਰ ਉਹਨਾਂ ਨੇ ਥੋੜੇ ਜਿਹੇ ਘੱਟ ਕੁਐਸਚਨ ਪੁੱਛੇ ਸੀ, ਪਰ ਫਿਰ ਵੀ ਆਪਾਂ ਜ਼ਰੂਰ ਕਰਾਂਗੇ, ਠੀਕ ਆ। ਸੇਫ ਹੋ ਕੇ ਆਪਾਂ ਚੱਲਣਾ ਵਾ। ਨੈਕਸਟ ਆ ਗਿਆ ਜੀ 12ਵੀਂ ਵਿਸ਼ਵ ਵਪਾਰ ਸੰਸਥਾ, ਮਤਲਬ ਕਿ WTO, ਮੋਸਟ ਇੰਪੋਰਟੈਂਟ ਆ ਕਿ ਪ੍ਰਧਾਨ ਮੰਤਰੀ ਕਾਨਫਰੰਸ ਕਿਹੜੇ ਦੇਸ਼ ਦੇ ਵਿੱਚ ਹੋਈ, ਠੀਕ ਆ। ਕਿਹੜੇ ਆਪਣੀ ਹੋਈ ਆ ਤਾਂ ਕਿਹੜੀ ਸਿਟੀ ਦੇ ਵਿੱਚ ਹੋਈ ਆ, ਠੀਕ ਆ। ਸੋ ਦਿੱਲੀ 'ਚ ਹੋਈ ਆ, ਦੱਸੋ ਜੀ। 12ਵੀਂ ਆ ਇਹ ਜਿਹੜੀ, ਠੀਕ ਆ, WTO ਦੀ। ਦਿੱਲੀ 'ਚ ਹੋਈ ਆ, ਜਨੇਵਾ 'ਚ ਹੋਈ ਆ, ਪੈਰਿਸ 'ਚ ਹੋਈ ਆ ਜਾਂ ਦੁਬਈ ਦੇ ਵਿੱਚ ਹੋਈ ਆ? ਸੋ ਕਿੱਥੇ ਹੋਈ ਆ ਜੀ? ਇਹ ਜਨੇਵਾ ਦੇ ਵਿੱਚ ਹੋਈ ਆ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ। ਹੁਣ ਤੁਹਾਨੂੰ ਇਸੇ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਜ਼ਿਆਦਾਤਰ ਰਿਪੀਟ ਹੁੰਦੇ ਨੇ। ਜੇਕਰ WTO ਦੀ ਗੱਲ ਕਰੀਏ ਆਪਾਂ, ਕਈ ਵਾਰ ਪੇਪਰ ਜ਼ਿਆਦਾ, ਇਹਦੀ ਸਥਾਪਨਾ ਕਦੋਂ ਹੋਈ ਸੀ? 1 ਜਨਵਰੀ 1995 ਨੂੰ ਹੋਈ ਸੀ ਜੀ ਇਹਦੀ ਸਥਾਪਨਾ, ਠੀਕ ਆ ਜੀ। ਇਹਦੀ ਸਥਾਪਨਾ 1 ਜਨਵਰੀ 1995 ਨੂੰ ਹੋਈ ਸੀ, ਤੇ ਭਾਰਤ ਉਦੋਂ ਤੋਂ ਹੀ ਇਹਦਾ ਮੈਂਬਰ ਆ, ਠੀਕ ਆ ਜੀ। ਭਾਰਤ ਆਪਣਾ, ਠੀਕ ਆ ਜੀ, ਇੰਡੀਆ ਉਦੋਂ ਤੋਂ ਹੀ ਇਹਦਾ ਮੈਂਬਰ ਆ, ਠੀਕ ਆ। ਸੋ ਇਹ 3 ਕੁਐਸਚਨ ਕਵਰ ਹੋ ਗਏ ਤੁਹਾਡੇ। ਸੋ ਇਹ ਕਨਫਿਊਜ਼ ਨਾ ਹੋਇਓ, ਜਨੇਵਾ ਲਾਉਣਾ, ਠੀਕ ਆ ਜੀ ਇਹਦਾ ਆਨਸਰ, ਜੇਕਰ ਕੋਈ ਪੇਪਰ 'ਚ ਕੁਐਸਚਨ ਇਹ ਬਣੇਗਾ। ਹੁਣ ਇਹਨਾਂ ਦੇ ਵਿੱਚੋਂ ਭਾਰਤ ਦਾ ਪਹਿਲਾ ਸੈਂਟਰਲਾਈਜੇਸ਼ਨ, ਮਤਲਬ ਸੈਂਟਰਲਾਈਜ਼ਡ AC ਰੇਲਵੇ ਟਰਮੀਨਲ ਬਣ ਗਿਆ ਹੈ। ਕਿਹੜਾ ਬਣਿਆ ਵਾ ਜੀ ਸੈਂਟਰਲਾਈਜ਼? ਆਨੰਦ ਵਿਹਾਰ ਟਰਮੀਨਲ, ਲੋਕ ਮਾਨਿਆ ਤਿਲਕ ਟਰਮੀਨਲ ਹੋ ਗਿਆ, ਰਜਿੰਦਰ ਨਗਰ ਟਰਮੀਨਲ ਹੋ ਗਿਆ, ਜਾਂ M ਵਿਸਵਾਰਈਆ ਰੇਲਵੇ ਟਰਮੀਨਲ? ਕਿਉਂਕਿ ਇਹੋ ਜਿਹੇ ਕੁਐਸਚਨ ਵੀ PSSB ਬਹੁਤ ਪੁੱਛਦਾ। ਹੁਣ ਰੀਸੈਂਟਲੀ ਉਹਨਾਂ ਨੇ ਇੱਕ ਪੇਪਰ ਹੋਇਆ ਸੀ, ਉਹਦੇ ਵਿੱਚ ਇਹਨਾਂ ਨੇ ਸੋਲਰ ਦੇ ਉੱਤੇ ਪੁੱਛ ਲਿਆ ਸੀ ਕਿ ਕਿਹੜਾ ਹਵਾਈ ਅੱਡਾ ਜਿਹੜਾ ਕਿ ਸੋਲਰ ਪਾਵਰ ਦੇ ਨਾਲ ਹੋ ਗਿਆ ਵਾ, ਠੀਕ ਆ। ਸੋ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ, ਇਸ ਲਈ ਵੀ ਇਹ ਕੁਐਸਚਨ ਐਡ ਕੀਤੇ ਹੋਏ ਨੇ। ਸੋ ਇਹਨਾਂ ਦੇ ਉੱਤੇ ਆਪਾਂ ਵਿਸ਼ੇਸ਼ ਧਿਆਨ ਦੇਣਾ ਹੁੰਦਾ ਵਾ। ਸੋ M ਵਿਸਵਾਰਈਆ ਰੇਲਵੇ ਟਰਮੀਨਲ ਆ, ਜਿਹੜਾ ਕਿ ਇਸ ਟਾਈਮ ਦੇ ਉੱਤੇ ਪਹਿਲਾ ਪੂਰਾ ਮਤਲਬ ਸੈਂਟਰਲਾਈਜ਼ਡ ਅਗਰ ਆਪਾਂ ਗੱਲ ਕਰੀਏ ਤਾਂ AC ਰੇਲਵੇ ਟਰਮੀਨਲ ਬਣ ਚੁੱਕਿਆ ਵਾ, ਠੀਕ ਆ। ਸੋ ਕਿੱਥੇ ਲੋਕੇਟਡ ਆ ਇਹ ਵਾਲਾ? ਹੈਗਾ ਜੀ ਆਪਣਾ ਬੈਂਗਲੌਰ ਦੇ ਵਿੱਚ। ਸੋ ਇਹ ਵੀ ਪੁੱਛ ਸਕਦੇ ਨੇ ਉਹ, ਠੀਕ ਆ, ਕਿੱਥੇ ਲੋਕੇਟਡ ਆ? ਬੈਂਗਲੌਰ ਦੇ ਵਿੱਚ। ਨੈਕਸਟ ਕਰੀਏ ਜੀ, ਹੁਣ ਆਪਾਂ 65 ਨੰਬਰ ਕੁਐਸਚਨ ਤੇ ਆ ਗਏ ਜੀ। ਕਿਹੜਾ ਦੇਸ਼ ਭਾਰਤ ਤੋਂ ਬ੍ਰਾਊਨ ਰਾਈਸ ਦਾ ਵੱਡਾ ਆਯਾਤਕ ਹੁੰਦਾ ਜੀ? ਇੰਪੋਰਟ ਕਰਨਾ, ਨਿਰਯਾਤ ਹੁੰਦਾ ਐਕਸਪੋਰਟ ਕਰਨਾ। ਵਿਚ ਕੰਟਰੀ ਹੈਜ਼ ਬਿਕਮ ਦਾ ਲਾਰਜੈਸਟ ਐਕਸਪੋਰਟ ਬਣ ਗਿਆ ਬ੍ਰੋਕਨ ਰਾਈਸ ਦਾ ਭਾਰਤ ਨੂੰ? ਚਾਈਨਾ, ਰਸ਼ੀਆ, ਅਮਰੀਕਾ ਜਾਂ ਬੰਗਲਾਦੇਸ਼? ਸੋ ਇਹਦਾ ਕਰੈਕਟ ਆਨਸਰ ਬਣਦਾ ਜੀ ਚਾਈਨਾ। ਨੈਕਸਟ ਕਰਦੇ ਹਾਂ ਜੀ। ਸੋ ਇਹਦੇ ਵਿੱਚ ਕੋਈ ਖਾਸ ਐਕਸਪਲੇਨ ਕਰਨ ਯੋਗ ਹੈ ਨਹੀਂਗਾ, ਇਹ ਐਜ਼ ਇਟ ਇਦਾਂ ਹੀ ਯਾਦ ਕਰਨਾ ਤੁਸੀਂ। ਸਾਲ 2022 ਵਿੱਚ ਵਿਸ਼ਵ ਪ੍ਰਤੀਯੋਗਤਾ ਸੂਚਕ ਵਰਲਡ ਕੰਪੀਟੀਟਿਵਨੈਸ ਰੈਂਕਿੰਗ ਦੇ ਵਿੱਚ ਭਾਰਤ ਦਾ ਦਰਜਾ ਦੱਸੋ ਜੀ ਕਿਹੜਾ ਰਿਹਾ ਵਾ 2022 ਦੇ ਵਿੱਚ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। 30ਵਾਂ ਰਿਹਾ, 40ਵਾਂ ਰਿਹਾ, 37ਵਾਂ ਰਿਹਾ ਜਾਂ 38ਵਾਂ ਰਿਹਾ ਵਾ? ਸੋ ਇਹਦੇ ਵਿੱਚ ਭਾਰਤ ਦਾ ਦਰਜਾ ਰਿਹਾ ਜੀ 37ਵਾਂ ਦਰਜਾ ਰਿਹਾ ਵਾ, 37th ਰੈਂਕ ਰਿਹਾ ਵਾ, ਠੀਕ ਆ। ਸੋ ਇਹਦੇ ਵਿੱਚ ਵੀ ਇਹ ਚੀਜ਼ਾਂ ਯਾਦ ਕਰਨੀਆਂ ਹੁੰਦੀਆਂ। 1 ਨੰਬਰ ਤੇ ਕਿਹੜੀ ਆਪਣਾ ਰਿਹਾ ਵਾ? ਡੈਨਮਾਰਕ ਇਹਦੇ ਵਿੱਚ 1 ਨੰਬਰ ਦੇ ਉੱਤੇ ਰਿਹਾ ਵਾ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਹੁਣ ਆਪਾਂ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਯੂਨਾਈਟਿਡ ਨੇਸ਼ਨ ਦੇ ਦੱਸੋ ਜੀ, ਇਹਨਾਂ ਦੇ ਵਿੱਚੋਂ ਦੱਸੋ ਜੀ ਕੌਣ ਆ ਜੀ ਬਣਿਆ? ਰਬਾਬ ਫਾਤਿਮਾ, ਅੰਟੀਓ ਗੋਟਰੀ, ਐਨ ਕੋਟਰੀਨ, ਰੈਟਰੀ ਜਾਂ ਨਨ ਆਫ ਦਿਸ? ਦੱਸੋ ਜੀ। ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਜੀ ਇਹ ਰਬਾਬ ਫਾਤਿਮਾ ਆਨਸਰ ਬਣਦਾ। ਨੈਕਸਟ ਆਪਾਂ ਕਰਦੇ ਹਾਂ ਇੰਟਰਨੈਸ਼ਨਲ ਯੋਗ ਦਿਵਸ। ਇਹ ਮੈਂ ਤੁਹਾਨੂੰ ਬਹੁਤ ਵਾਰ ਕਰਵਾਇਆ ਹੋਇਆ ਪੇਪਰ ਦੇ ਵਿੱਚ, ਇਹ PSSB ਵੀ 1-2 ਵਾਰ ਪੁੱਛ ਚੁੱਕਿਆ ਵਾ 2021 ਦੇ ਵਿੱਚ। ਸੋ ਇਹੋ ਜਿਹੇ ਡੇਜ਼ ਉਹ ਜ਼ਿਆਦਾ ਪੁੱਛਦਾ, ਅਰਥ ਡੇ ਹੋ ਗਿਆ, ਵਾਟਰ ਡੇ ਹੋ ਗਿਆ, एनवायरमेंट डे हो गया, योगा डे हो गया, ठीक है। यह जो क्वेश्चन किसान दिवस हो गया, यह जो क्वेश्चन बहुत रिपीट करता डेज के उत्ते। सो अंतरराष्ट्रीय योगा दिवस कदों मनाया जाता? 5 जून, 21 जून, 22 जून या 25 जून? सो ये तो तुहानूं सारिਆਂ ਨੂੰ पता है। सो ਇਹਦਾ आंसर बनता वा जी 21 जून। ਇਹਦੀ थीम की सी? थीम मोस्ट इंपोर्टेंट याद कर लिया, क्योंकि यह जिहियां दी वो थीम पुछ लैंदा वा। योगा फॉर ह्यूमैनिटी, ठीक है जी, योगा फॉर ह्यूमैनिटी इंपोर्टेंट बनता जी। 69 ਤੇ ਆ ਗਏ ਜੀ। ਹਾਲ ਹੀ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜੀਵਤ ਪੌਦੇ, ਮਤਲਬ ਲਿਵਿੰਗ ਲਾਰਜੈਸਟ ਲਿਵਿੰਗ ਪਲਾਂਟ ਆ ਜਿਹੜਾ, ਕਿਹੜੇ ਮਤਲਬ ਕੋਸਟ ਦੇ ਵਿੱਚ ਕਿਹੜੀ ਕੰਟਰੀ ਨੇ ਕੀਤਾ? ਰਸ਼ੀਆ ਨੇ ਕੀਤਾ, ਆਸਟ੍ਰੇਲੀਆ ਨੇ ਕੀਤਾ ਵਾ, ਜਾਂ ਆਪਣਾ ਇੰਡੀਆ ਨੇ ਕੀਤਾ, ਜਾਂ ਚਾਈਨਾ ਨੇ ਕੀਤਾ? ਦੱਸੋ ਜੀ। ਸੋ ਇਹਦਾ ਆਨਸਰ ਬਣਦਾ ਜੀ ਆਸਟ੍ਰੇਲੀਆ, ਠੀਕ ਆ ਜੀ। ਆਸਟ੍ਰੇਲੀਆ ਦੇ ਵਿੱਚ ਇਹ ਹੋਇਆ ਵਾ, ਠੀਕ ਆ ਜੀ।
ਸੋ ਆਸਟ੍ਰੇਲੀਆ ਦੇ ਵਿੱਚ ਵੀ ਪੋਸੀਡੋਨੀਆ ਨਾਮ ਦਾ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ 70 ਨੰਬਰ ਕੁਐਸਚਨ ਤੇ ਆ ਗਏ ਆਪਾਂ। ਹਾਂਜੀ, ਕਾਮਨਵੈਲਥ ਗੇਮਾਂ ਜਿਹੜੀਆਂ 2022 ਚ ਹੋ ਰਹੀਆਂ ਨੇ, ਠੀਕ ਆ। ਸੋ ਇਹਦੇ ਚ 37 ਮੈਂਬਰੀ ਐਥਲੈਟਿਕਸ ਟੀਮ ਦੀ ਅਗਵਾਈ ਕੌਣ ਕਰੇਗਾ? ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਸਪੋਰਟਸ ਦਾ। ਮੈਰੀ ਕਾਮ, ਨੀਰਜ ਚੋਪੜਾ, ਪੀਵੀ ਸੰਧੂ ਜਾਂ ਮੀਰਾਬਾਈ ਚਾਨੂ? ਸੋ ਬਿਲਕੁਲ ਸਹੀ ਜੀ, ਨੀਰਜ ਚੋਪੜਾ ਕਰੇਗਾ। 1930 ਦੇ ਵਿੱਚ ਸਭ ਤੋਂ ਪਹਿਲੀ ਵਾਰ ਆਪਣੀਆਂ ਕਾਮਨਵੈਲਥ ਗੇਮਸ ਦਾ ਉਦਘਾਟਨ ਹੋਇਆ ਸੀ, ਠੀਕ ਆ। ਸੋ ਆ ਮੈਂ ਤੁਹਾਨੂੰ ਨਾਲ ਦੇ ਚੁੱਕਿਆ ਮੈਂ, ਠੀਕ ਆ। ਕਿੱਥੇ ਹੋਇਆ ਸੀ ਕਾਮਨਵੈਲਥ ਗੇਮ ਜਿਹੜੀਆਂ ਇਸ ਟਾਈਮ 2022 ਚ ਹੋ ਰਹੀਆਂ? ਬਰਮਿੰਗਮ ਦੇ ਵਿੱਚ, ਯੂਕੇ ਦੇ ਵਿੱਚ ਹੋ ਰਹੀਆਂ ਨੇ। ਪਹਿਲਾ ਕੁਐਸਚਨ ਤੁਹਾਡਾ ਇਹ ਕਵਰ ਹੋ ਗਿਆ। ਉੱਪਰ ਨੀਰਜ ਚੋਪੜੇ ਵਾਲਾ ਮੈਂ ਤੁਹਾਨੂੰ ਕਰਵਾ ਚੁੱਕਿਆ ਕਿ ਇੰਡੀਆ ਦੀ 37 ਮੈਂਬਰਾਂ ਦੀ ਜਿਹੜੀ ਮੰਡਲੀ ਆ ਉਹਨੂੰ ਅਗਵਾਈ ਕੌਣ ਕਰ ਰਿਹਾ? ਨੀਰਜ ਚੋਪੜਾ। 1930 ਦੇ ਵਿੱਚ ਜਦੋਂ ਹੋਇਆ ਸੀ ਤਾਂ ਹੈਮਿਲਟਨ ਕੈਨੇਡਾ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਇਹ। 2018 ਦੇ ਵਿੱਚ, ਠੀਕ ਆ, ਗੋਲਡ ਕੋਸਟ ਕੁਇਨਲੈਂਡ ਆਸਟ੍ਰੇਲੀਆ 'ਚ ਹੋਇਆ ਸੀ। 2026 'ਚ ਕਿੱਥੇ ਹੋਊਗਾ? 2026 'ਚ ਆਸਟ੍ਰੇਲੀਆ, ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਹੋਏਗਾ। ਸੋ ਇੰਪੋਰਟੈਂਟ ਨੇ, ਇਹ ਕਰ ਲਿਓ, ਠੀਕ ਹੈ ਜੀ। ਦਿੱਲੀ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਵਜੋਂ ਕਿਹਨੇ ਸਹੁੰ ਚੁੱਕੀ ਆ ਜੀ? ਇਹ ਵੀ ਮੋਸਟ ਇੰਪੋਰਟੈਂਟ ਬਣਦਾ ਵਾ। ਦੱਸੋ ਜੀ ਕੌਣ ਬਣਦਾ ਵਾ? ਵਿਪਿਨ ਸੰਘਈ, ਸਤੀਸ਼ ਚੰਦਰ ਸ਼ਰਮਾ, ਅਮਜ਼ਦ ehsan ਖਾਨ ਜਾਂ ਸਈਦ ਜਾਂ ਰਵੀ ਸ਼ੰਕਰ ਝਾ? ਦੱਸੋ ਜੀ ਇਹਦਾ ਕਿਹੜਾ ਆਨਸਰ ਸਹੀ ਬਣੇਗਾ ਜੀ? ਸੋ ਬਿਲਕੁਲ ਸਹੀ ਜੀ, ਇਹਦਾ ਸਹੀ ਆਨਸਰ ਬਣਦਾ ਸਤੀਸ਼ ਚੰਦਰ ਸ਼ਰਮਾ ਨੇ ਇਹਦੀ ਸਹੁੰ ਚੱਕੀ ਆ, ਠੀਕ ਆ। ਦਿੱਲੀ ਦੇ ਜਿਹੜੇ ਨਵੇਂ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ ਦੇ, ਕਿਉਂਕਿ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਰਵੀ ਸ਼ੰਕਰ ਝਾ ਕੌਣ ਨੇ? ਰਵੀ ਸ਼ੰਕਰ ਝਾ ਆਪਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ। ਸੋ ਇਹ ਚੀਜ਼ਾਂ ਤੁਸੀਂ ਨਾਲ ਦੀ ਨਾਲ ਯਾਦ ਕਰਨੀਆਂ ਨੇ, ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਜਸਟਿਨ ਵਿਪਿਨ ਸੰਘਾਈ ਸੀਗੇ ਜਿਹੜੇ ਕਿ ਐਕਟਿੰਗ ਚੀਫ ਜਸਟਿਸ ਸੀਗੇ ਦਿੱਲੀ ਹਾਈ ਕੋਰਟ ਦੇ, ਬਿਫੋਰ ਦਾ ਅਪਾਇੰਟਮੈਂਟ ਆਫ ਸਤੀਸ਼ ਚੰਦਰ ਸ਼ਰਮਾ ਤੋਂ। ਇਹ ਵੀ ਚੀਜ਼ ਤੁਸੀਂ ਯਾਦ ਕਰ ਲਿਓ। ਕਿਹੜੇ ਹਵਾਈ ਅੱਡੇ ਨੂੰ ਵਿਸ਼ਵ ਦੇ ਸਰਵੋਤਮ ਹਵਾਈ ਅੱਡਾ 2022 ਦੇ ਨਾਮ ਦਿੱਤਾ ਗਿਆ, ਠੀਕ ਆ? ਵਰਲਡ ਦਾ ਬੈਸਟ 에ਅਰਪੋਰਟ ਕਿਹੜਾ ਚੁਣਿਆ ਗਿਆ ਜੀ, ਠੀਕ ਆ? ਪੈਰਿਸ ਫਰਾਂਸ ਦੇ ਵਿੱਚ ਦਾ ਜਿਹੜਾ ਹੋਇਆ ਵਾ, ਠੀਕ ਆ। ਹਮਦ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ, ਠੀਕ ਆ ਜੀ। ਅਵਾਰਡ ਇਹ ਹੁੰਦੇ ਨੇ ਜਿਹੜੇ ਕਿ ਪੈਰਿਸ ਫਰਾਂਸ ਦੇ ਵਿੱਚ ਹੁੰਦੇ ਨੇ, ਠੀਕ ਆ। ਹਮਦ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ, ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ, ਟੋਕਿਓ ਹਨੇਡਾ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ ਜਾਂ ਮੁਨੀਚ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ? ਦੇਖੋ ਜੀ, ਜਿਹਨੇ ਤਾਂ ਪੜ੍ਹਿਆ ਹੋਇਆ ਵਾ ਪਹਿਲਾਂ, ਕੋਈ ਫੋਲੋ ਕਰ ਰਿਹਾ ਵਾ ਕਿਸੇ ਵੀ ਸੋਰਸ ਨੂੰ, ਮੈਂ ਸੋਰਸ ਵੀ ਤੁਹਾਨੂੰ ਦੱਸੇ ਹੋਏ ਨੇ ਕਿ ਕਿਹੜੇ ਕਿਹੜੇ ਤੁਸੀਂ ਫੋਲੋ ਕਰਦੇ ਆ, ਤਾਂ ਇਹ ਤਾਂ ਤੁਹਾਡਾ ਆਰਾਮ ਦੇ ਨਾਲ ਕਵਰ ਹੋ ਰਿਹਾ। ਹਮਦ ਇੰਟਰਨੈਸ਼ਨਲ 에ਅਰਪੋਰਟ ਆ, ਠੀਕ ਆ ਜੀ। ਇਹਨੂੰ ਚੁਣਿਆ ਗਿਆ ਵਾ। ਇਹ ਕਿੱਥੇ ਲੋਕੇਟਡ ਆ? ਆਪਣਾ ਕਤਰ, ਦੋਹਾ ਕਤਰ ਦੇ ਵਿੱਚ, ਠੀਕ ਆ। ਦੋਹਾ ਕਤਰ ਦੇ ਵਿੱਚ ਲੋਕੇਟਡ ਆ, ਠੀਕ ਆ ਜੀ। ਸੋ ਸਰਵੋਤਮ ਹਵਾਈ ਅੱਡਾ ਇਹ 1 ਨੰਬਰ ਦੇ ਉੱਤੇ ਰਿਹਾ ਵਾ, ਠੀਕ ਆ। ਨੈਕਸਟ ਆ ਗਿਆ ਜੀ, ਆ ਮੋਸਟ ਇੰਪੋਰਟੈਂਟ ਬਣਦਾ ਰਿਨਿਊਏਬਲ એનર્ਜੀ 2022 ਦੀ ਜਿਹੜੀ ਮਤਲਬ ਰਿਪੋਰਟ ਆਈ ਆ, ਇੰਡੈਕਸ ਰੈਂਕਿੰਗ ਜਾਰੀ ਹੋਈ ਆ, ਉਹਦੇ ਵਿੱਚ 2021 ਵਿੱਚ ਮਤਲਬ ਕਿ ਨਵੀਂ ਆਉਣ ਵਾਲੀ ਯੋਗ ਯੋਜਨਾ ਸਥਾਪਨਾ ਵਿੱਚ ਭਾਰਤ ਦਾ ਦਰਜਾ ਕੀ ਹੈ? ਰਿਨਿਊਏਬਲ એનર્ਜੀ ਇੰਸਟਾਲੇਸ਼ਨ ਦੇ ਵਿੱਚ 2021 ਦੇ ਵਿੱਚ ਭਾਰਤ ਦਾ ਦਰਜਾ ਕਿਹੜਾ ਵਾ ਜੀ? ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਬਣਦਾ? ਪਹਿਲਾ ਵਾ, ਦੂਜਾ ਵਾ, ਤੀਜਾ ਵਾ ਜਾਂ ਚੌਥਾ ਵਾ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਵਾ, ਤੁਸੀਂ ਆਨਸਰ ਦੇਣਾ ਵਾ ਕਿ ਇਹਦਾ ਕਿਹੜਾ ਆਨਸਰ ਸਹੀ ਬਣਦਾ ਵਾ ਜੀ। ਬਿਲਕੁਲ ਸਹੀ ਜੀ, ਇਹਦੇ ਵਿੱਚ ਭਾਰਤ ਦਾ ਦਰਜਾ ਹੈਗਾ ਜੀ 3rd ਦਰਜਾ, ਠੀਕ ਹੈ ਜੀ। ਤੀਜਾ ਦਰਜਾ ਵਾ ਇਸ ਟਾਈਮ ਦੇ ਉੱਤੇ ਭਾਰਤ ਦਾ। ਸੋ ਇਹੋ ਜਿਹੇ ਕੁਐਸਚਨ ਵੀ ਪੇਪਰ ਦੇ ਵਿੱਚ ਆਉਂਦੇ ਨੇ। ਜੇਕਰ ਰਿਨਿਊਏਬਲ એનર્ਜੀ ਦੇ ਉੱਤੇ ਇੱਕ ਹੋਰ ਕੁਐਸਚਨ ਆਵੇ, ਕਿਹੜੀ ਸਕੀਮ ਆ? PM ਦੀ ਕੁਸਮ ਸਕੀਮ ਆ, ਠੀਕ ਹੈ ਜੀ। PM ਕੁਸਮ ਸਕੀਮ ਆ ਇੱਕ, ਜਿਹੜੀ ਕਿ ਇਹਦੇ ਉੱਤੇ એનર્ਜੀ ਦੇ ਨਾਲ ਰਿਲੇਟਡ ਸਕੀਮ ਆ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ। ਕਿਸ ਸ਼ਹਿਰ ਦੇ ਵਿੱਚ, ਕਿਹੜੇ ਸ਼ਹਿਰ ਦੇ ਵਿੱਚ, ਕਿਹੜੀ ਸਿਟੀ ਦੇ ਵਿੱਚ ਮਤਲਬ ਕਿ ਸਿੱਖਿਆ ਮੰਤਰੀ ਆਪਣੇ ਧਰਮਿੰਦਰ ਪ੍ਰਧਾਨ ਨੇ ਪਹਿਲੀ ਗੱਲ ਤਾਂ ਜੂਨ 2022 ਦੇ ਵਿੱਚ ਉਹਨੇ ਰਾਸ਼ਟਰੀ ਯੋਗਾ ਓਲੰਪੀਆਡ 2022 ਅਤੇ ਕੁਇਜ਼ ਮੁਕਾਬਲੇ ਦਾ ਉਦਘਾਟਨ ਕੀਤਾ? ਇੰਦੌਰ, ਪੂਨੇ, ਦਿੱਲੀ ਜਾਂ ਸ਼ਿਮਲਾ ਦੇ ਵਿੱਚ? ਸੋ ਬਿਲਕੁਲ ਸਹੀ ਜੀ, ਦਿੱਲੀ ਦੇ ਵਿੱਚ ਇਹਨਾਂ ਨੇ ਉਦਘਾਟਨ ਕੀਤਾ ਵਾ, ਠੀਕ ਆ। ਨੈਕਸਟ ਆਪਾਂ ਕਰਦੇ ਹਾਂ। ਕਿੰਨੇ ਸ਼ਹਿਰ 2026 ਫੀਫਾ ਦਾ ਜਿਹੜਾ ਵਿਸ਼ਵ ਕੱਪ ਹੋਏਗਾ ਉਹਦੀ ਮੇਜ਼ਬਾਨੀ ਕਰਨਗੇ? 1, 5, 15 ਜਾਂ 16? ਬਿਲਕੁਲ ਸਹੀ ਜੀ, 75ਵੇਂ ਦਾ ਆਪਣਾ ਆਏਗਾ ਜੀ। 16 ਸ਼ਹਿਰ ਕਰਨਗੇ। ਫੀਫਾ ਵਰਲਡ ਕੱਪ ਪਹਿਲੀ ਵਾਰ ਕਦੋਂ ਹੋਇਆ ਸੀ ਜੀ? 1930 ਦੇ ਵਿੱਚ ਹੋਇਆ ਸੀ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਸੋ ਆਹ ਦੇਖੋ ਜੀ, 1930 ਦੇ ਵਿੱਚ ਹੋਇਆ ਸੀ, 2018 ਦੇ ਵਿੱਚ ਰਸ਼ੀਆ 'ਚ, 2022 'ਚ ਕਤਰ 'ਚ, ਤੇ 2026 ਦਾ ਕਿੱਥੇ ਹੋਏਗਾ? 2026 ਦਾ ਹੋਏਗਾ ਜੀ US, ਕੈਨੇਡਾ, ਮੈਕਸੀਕੋ। ਅੰਡਰ 17 ਜਿਹੜਾ 50 ਅੰਡਰ 17 ਵੂਮੈਨ ਵਰਲਡ ਕੱਪ ਆ ਜਿਹੜਾ, ਠੀਕ ਆ, 2022 ਦਾ, ਉਹ ਕਿੱਥੇ ਹੋਏਗਾ? ਫੀਫਾ ਦਾ, ਠੀਕ ਆ। ਇਹ ਹੋਏਗਾ ਜੀ ਆਪਣਾ ਇੰਡੀਆ ਦੇ ਵਿੱਚ। ਇਹ ਵੀ ਤੁਸੀਂ ਨਾਮ ਯਾਦ ਕਰਨਾ ਵਾ। ਕਿਹੜਾ ਦੇਸ਼ ਆ ਜਿਹੜਾ, ਕਿਹੜੀ ਕੰਟਰੀ ਆ ਜਿਹੜੀ ਕਿ ਆਪਣੀ ਅੱਤਵਾਦੀ ਫੰਡਿੰਗ, ਮਨੀ ਲਾਂਡਰਿੰਗ ਲਈ ਫੈਟਫ ਨੇ ਗ੍ਰੇ ਲਿਸਟ ਵਿੱਚ ਰਹੇਗਾ? ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਜਾਂ UAE? ਦੱਸੋ ਜੀ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹਦਾ ਇਹਦੇ ਵਿੱਚ ਗ੍ਰੇ ਲਿਸਟ 'ਚ ਰਹੇਗਾ? ਪਾਕਿਸਤਾਨ ਰਹੇਗਾ। ਹੁਣ FATF ਦੀ ਆਪਾਂ ਇੱਕ ਵਾਰੀ ਫੁੱਲ ਫਾਰਮ ਕਰ ਲੈਂਦੇ ਹਾਂ ਕਿ ਇਹਦੀ ਫੁੱਲ ਫਾਰਮ ਕੀ ਆ? ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਠੀਕ ਹੈ ਜੀ। ਫਾਈਨੈਂਸ਼ੀਅਲ ਐਕਸ਼ਨ ਟਾਸਕ
ਫੋਰਸ। ਠੀਕ ਹੈ ਜੀ, ਬਸ ਤੁਸੀਂ ਯਾਦ ਕਰ ਲੈਣਾ ਵਾ। ਠੀਕ ਹੈ, ਇਹਦਾ ਹੈੱਡਕੁਆਟਰ ਕਿੱਥੇ ਆ ਜੀ? ਪੈਰਿਸ ਫਰਾਂਸ ਦੇ ਵਿੱਚ। ਪੈਰਿਸ ਫਰਾਂਸ ਦੇ ਵਿੱਚ ਇਹਦਾ ਹੈੱਡਕੁਆਟਰ ਆ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ ਰਾਮ ਬਹਾਦਰ, ਇਹ ਵੀ ਮੋਸਟ ਇੰਪੋਰਟੈਂਟ ਆ। ਰਾਮ ਬਹਾਦਰ ਰਾਏ ਨੇ ਇੱਕ ਕਿਤਾਬ ਲਿਖੀ ਆ ਜੀ, ਭਾਰਤੀ ਸੰਵਿਧਾਨ, ਭਾਰਤੀ ਸੰਵਿਧਾਨ, ਜਿਹਨੂੰ ਕਿ ਅਣਕਹੀ ਕਹਾਣੀ, ਕਿਹਨੇ ਰਿਲੀਜ਼ ਕੀਤੀ ਆ? ਰਾਮਨਾਥ ਕੋਵਿੰਦ ਨੇ ਕੀਤੀ ਆ, ਰਾਜਿੰਦਰ ਸਿੰਘ ਨੇ ਕੀਤੀ ਆ, ਨਰਿੰਦਰ ਮੋਦੀ ਨੇ ਕੀਤੀ ਆ ਜੀ, ਸਮ੍ਰਿਤੀ ਇਰਾਨੀ ਨੇ ਕੀਤੀ ਆ ਜੀ। ਇਹ ਰਿਲੀਜ਼ ਕੀਤੀ ਆ ਜੀ ਆਪਣੀ ਨਰਿੰਦਰ ਮੋਦੀ ਨੇ। ਇਹਦੇ ਵਿੱਚ ਪੇਪਰ 'ਚ ਜ਼ਰੂਰੀ ਨਹੀਂ, ਇਹ ਵੀ ਆ ਸਕਦਾ ਕਿ ਭਾਰਤੀ ਸੰਵਿਧਾਨ ਅਣਕਹੀ ਕਹਾਣੀਆਂ, ਜਿਹੜੀ ਇਹਦੇ ਲੇਖਕ ਕੌਣ ਨੇ? ਰਾਮ ਬਹਾਦੁਰ ਰਾਏ। ਨੈਕਸਟ ਕਰਦੇ ਹਾਂ, ਕਿਹੜਾ ਦੇਸ਼ ਆ ਜਿਹੜਾ ਵਿੱਤੀ ਸਾਲ ਮੋਸਟ ਇੰਪੋਰਟੈਂਟ ਬਣਦਾ ਵਾ 2021-22 ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ, ਠੀਕ ਆ, ਲਾਰਜੈਸਟ ਅਗਰ ਆਪਾਂ ਗੱਲ ਕਰੀਏ ਟ੍ਰੇਡਿੰਗ ਪਾਰਟਨਰ ਬਣ ਗਿਆ ਫਾਈਨੈਂਸ਼ੀਅਲ ਈਅਰ 2021-22 ਚ? ਅਮਰੀਕਾ, ਬ੍ਰਿਟੇਨ, ਯੂਨਾਈਟਿਡ ਅਰਬ, UAE ਹੋ ਗਿਆ ਜਾਂ ਚਾਈਨਾ ਹੋ ਗਿਆ? ਦੱਸੋ ਜੀ। ਬਿਲਕੁਲ ਸਹੀ ਜੀ, ਅਮਰੀਕਾ ਬਣ ਚੁੱਕਿਆ। ਇਸ ਤੋਂ ਪਹਿਲਾਂ ਜਿਹੜਾ 2020-21 ਦੇ ਵਿੱਚ ਲਾਰਜੈਸਟ ਕੌਣ ਸੀਗਾ ਆਪਣਾ ਟ੍ਰੇਡਿੰਗ ਪਾਰਟਨਰ? ਕੌਣ ਸੀ? ਚਾਈਨਾ। ਠੀਕ ਆ, 2020-21 ਦੇ ਵਿੱਚ ਕੌਣ ਸੀ? ਚਾਈਨਾ ਸੀ, ਬਟ ਇਸ ਟਾਈਮ ਦੇ ਉੱਤੇ ਅਮਰੀਕਾ ਬਣਿਆ ਹੋਇਆ। ਨੈਕਸਟ ਆਪਾਂ ਕਰਦੇ ਹਾਂ ਜੀ 79 ਨੰਬਰ ਕੁਐਸਚਨ। ਹੁਣ ਜੀ ਸਪੇਸ ਦੇ ਵਿੱਚ ਪੁਲਾੜ ਦੇ ਵਿੱਚ ਯੋਗਾ ਲਈ ਭਾਰਤ ਦਾ ਪਹਿਲਾ ਬੋਡੀ ਸੂਟ ਕਿਹਨੇ ਤਿਆਰ ਕੀਤਾ? ਸਾਇੰਸ ਐਂਡ ਟੈਕ ਦੇ ਵਿੱਚੋਂ ਆ ਗਿਆ ਹੋਇਆ ਕਰੰਟ ਅਫੇਅਰ। ਇਹ ਤਾਂ ਕੁਐਸਚਨ ਤੁਸੀਂ ਭੁੱਲ ਕੇ ਵੀ ਨਹੀਂ ਛੱਡਣਗੇ, ਕਿਉਂਕਿ ਇਹੋ ਜਿਹੇ ਕੁਐਸਚਨ ਮੇਨ ਇੰਪੋਰਟੈਂਟ ਹੁੰਦੇ ਨੇ। DRDO, ਏਮਸ ਚੇਨਈ, ਇਸਰੋ ਜਾਂ ਏਮਸ ਦਿੱਲੀ? ਦੱਸੋ ਜੀ। ਸੋ ਇਹ ਕਿਹਨੇ ਜੀ ਆਪਣਾ ਉਹ ਜਾਰੀ ਕੀਤਾ? ਏਮਸ ਦਿੱਲੀ ਨੇ ਕੀਤਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ। ਠੀਕ ਆ, ਸਟਾਰ ਮਾਰਕ ਕਰ ਲਓ। ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜੇ ਹਵਾਈ ਅੱਡਾ ਵਾ ਜਿਹੜਾ ਕਿ ਕਿਸ ਨੂੰ ਭਾਰਤ ਅਤੇ ਦੱਖਣੀ ਏਸ਼ੀਆ ਦੇ ਵਿੱਚ, ਠੀਕ ਆ, ਇੰਡੀਆ ਤੇ ਸਾਊਥ ਏਸ਼ੀਆ ਦੇ ਵਿੱਚ ਵਧੀਆ ਖੇਤਰੀ ਮਤਲਬ ਕਿ ਫਾਈਨੈਂਸਡ ਰੀਜਨਲ 에ਅਰਪੋਰਟ ਦੇ ਵਜੋਂ ਨਾਮ ਦਿੱਤਾ ਗਿਆ ਵਾ? ਬੀਜ਼ਿੰਗ ਕੈਪੀਟਲ ਹੋ ਗਿਆ, ਕੈਂਪੇਗੋਵੜਾ ਇੰਟਰਨੈਸ਼ਨਲ ਹੋ ਗਿਆ, ਹਾਂਗਕਾਂਗ ਹੋ ਗਿਆ ਜਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ? ਦੱਸੋ ਜੀ। ਸੋ ਇਹ ਵੀ ਇੰਪੋਰਟੈਂਟ ਬਣਦਾ ਜੀ। ਕੈਂਪੇਗੋਵੜਾ ਇੰਟਰਨੈਸ਼ਨਲ 에ਅਰਪੋਰਟ ਨੂੰ ਇਸ ਟਾਈਮ ਸਭ ਤੋਂ ਵਧੀਆ ਮਤਲਬ ਕਿ ਸਭ ਤੋਂ ਫਾਈਨੈਂਸਡ ਰੀਜਨਲ 에ਅਰਪੋਰਟ ਦਾ ਦਰਜਾ ਮਿਲਿਆ ਇੰਡੀਆ ਤੇ ਸਾਊਥ ਏਸ਼ੀਆ ਦੇ ਵਿੱਚ। ਠੀਕ ਆ, ਸੋ ਇਹ ਕਿੱਥੇ ਲੋਕੇਟਡ ਆ? ਸ਼ਾਇਦ ਇਹ ਬੈਂਗਲੌਰ ਦੇ ਵਿੱਚ ਲੋਕੇਟਡ ਆ ਜੀ। ਠੀਕ ਆ ਜੀ, ਬੈਂਗਲੌਰ ਦੇ ਵਿੱਚ ਲੋਕੇਟਡ ਆ। ਨੈਕਸਟ ਆਪਾਂ ਕਰਦੇ ਹਾਂ ਜੀ 81 ਕੁਐਸਚਨ ਦੇ ਉੱਤੇ। ਹਾਂਜੀ, ਬੈਂਗਲੌਰ ਦੇ ਵਿੱਚ ਹੀ ਆ ਜੀ। ਕੇਂਦਰ ਸਰਕਾਰ ਦੁਆਰਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਕਿਸ ਮਿਤੀ ਤੋਂ ਪਾਬੰਦੀ ਲਗਾ ਦਿੱਤੀ ਆ? ਸੋ ਇਹਦਾ ਤੁਹਾਨੂੰ ਕੇਂਦਰ ਸਰਕਾਰ ਨੇ ਤਾਂ ਲਾਈ ਆ। ਠੀਕ ਆ, 1 ਜੁਲਾਈ ਤੋਂ। ਪਹਿਲਾ ਆਪਣਾ ਰਾਜ ਕਿਹੜਾ ਬਣਿਆ ਜਿਹਨੇ ਕਿ ਇਹਦਾ ਐਲਾਨ ਕੀਤਾ ਸੀ? ਇਹ ਬਣਿਆ ਸੀ ਆਪਣਾ ਪੰਜਾਬ। ਹੁਣੇ ਰੀਸੈਂਟਲੀ ਮੈਂ ਤੁਹਾਨੂੰ ਕਰਾਇਆ, ਪੰਜਾਬ ਆਪਣਾ ਪਹਿਲਾ ਰਾਜ ਬਣਿਆ ਵਾ ਜਿਹਨੇ ਕਿ ਰੀਸੈਂਟਲੀ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸਿੰਗਲ ਯੂਜ਼ ਪਲਾਸਟਿਕ ਆ ਜਿਹੜਾ 1 ਜੁਲਾਈ ਤੋਂ ਬੈਨ ਹੋਣਗੇ। ਨੈਕਸਟ, ਦੇਸ਼ ਦੀ ਪਹਿਲੀ ਵਾਰ ਬਾਲਿਕਾ ਪੰਚਾਇਤ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਜੀ ਵੀਡੀਓ ਐਗਜ਼ਾਮ ਲਈ ਖਾਸ ਕਰ। ਕੰਟਰੀ ਜਿਹੜੀ ਫਸਟ ਐਵਰ ਬਾਲਿਕਾ ਪੰਚਾਇਤ ਆ ਜਿਹੜੀ ਹੈ ਸਟਾਰਟਡ ਇਨ ਦਾ 5 ਵਿਲੇजेस ਆਫ ਦਾ ਫੋਲੋਇੰਗ ਸਟੇਟਸ? ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਜਾਂ ਪੰਜਾਬ ਦੇ ਵਿੱਚ 5 ਪਿੰਡਾਂ ਦੇ ਵਿੱਚ ਸ਼ੁਰੂ ਹੋਈ ਗਈ ਆ ਬਾਲਿਕਾ ਪੰਚਾਇਤ। ਦੱਸੋ ਜੀ ਕਿਹੜਾ ਇਹਦਾ ਸਹੀ ਬਣੇਗਾ ਜੀ? ਬਿਲਕੁਲ ਸਹੀ ਜੀ, ਇਹਦਾ ਆਨਸਰ ਆਪਣਾ ਬਣਦਾ ਪਿਆ ਵਾ ਜੀ 82 ਨੰਬਰ ਦਾ। ਗੁਜਰਾਤ ਦੇ 5 ਪਿੰਡ ਨੇ ਜਿਹਦੇ ਵਿੱਚ ਕਿ ਇਹ ਆਪਣੀ ਹੋਏਗੀ। ਨੈਕਸਟ ਕਰੀਏ ਜੀ ਆਪਾਂ ਹੁਣ 83 ਨੰਬਰ ਕੁਐਸਚਨ। ਦੇਸ਼ ਦੇ ਪਹਿਲੇ ਮਹਿਲਾ NDA ਬੈਚ ਵਿੱਚ ਦਾਖਲੇ ਲਈ ਪ੍ਰੀਖਿਆ ਵਿੱਚ ਕਿਸ ਨੇ ਪਹਿਲਾ ਰੈਂਕ ਕੀਤਾ? ਦੇਖੋ ਜੀ, ਇਹ ਜਿਹੜਾ NDA ਹੁੰਦਾ ਨਾ, NDA ਹੈਗੀ ਆ ਜੀ ਆਪਣੀ ਨੈਸ਼ਨਲ ਡਿਫੈਂਸ ਅਕੈਡਮੀ। ਠੀਕ ਆ, ਹੁਣ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ। ਪਹਿਲਾਂ ਤੁਸੀਂ ਇਹਦਾ ਆਨਸਰ ਦੇਣਾ। ਰੁਪਿੰਦਰ ਕੌਰ, ਸੁੰਦਾਨਾ ਦਾਕਾ ਜਾਂ ਆਪਣਾ ਸਾਨਾਨ ਦਾਕਾ ਜਾਂ ਸੁਨੀਤਾ ਅਰੋੜਾ? ਕੌਣ ਆ ਜੀ ਜਿਹੜੀ ਪਹਿਲੀ ਵੂਮੈਨ ਆ ਜਿਹਨੇ NDA ਬੈਚ ਦੇ ਵਿੱਚ ਪਹਿਲਾ ਵੂਮੈਨ NDA ਬੈਚ ਚੱਲਿਆ ਵਾ? ਸੋ ਇਹਦਾ ਹੈਗਾ ਸ਼ਨਾਨ ਢਾਕਾ ਵਾ। ਠੀਕ ਆ, ਇਹਨਾਂ ਦਾ ਨਾਮ। ਠੀਕ ਆ, ਇਹ ਕਿੱਥੋਂ ਦੇ ਵਸਨੀਕ ਨੇ? ਰੋਹਤਕ, ਹਰਿਆਣਾ ਦੇ ਵਸਨੀਕ ਨੇ। ਠੀਕ ਆ, ਇਹਨਾਂ ਨੇ ਪਹਿਲਾ ਰੈਂਕ ਹਾਸਲ ਕੀਤਾ। 19 ਸਾਲ ਇਹਨਾਂ ਦੀ ਉਮਰ ਆ। ਹੁਣ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਹੋਰ ਦੱਸਦਾ। ਜਿਹੜੀ NDA ਨੈਸ਼ਨਲ ਡਿਫੈਂਸ ਅਕੈਡਮੀ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਆ, ਇਹਦੇ ਬਾਰੇ ਇੱਕ ਇਹ ਆ ਕਿ ਪਹਿਲਾ ਗੱਲ ਤਾਂ ਕਿ ਇਹਦਾ ਤੁਹਾਨੂੰ ਕੁਐਸਚਨ ਦੇ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਕਿ ਇਹਦਾ ਹੈੱਡਕੁਆਟਰ ਕਿੱਥੇ ਆ। ਠੀਕ ਆ ਜੀ, ਸੋ ਇਹਦਾ ਹੈੱਡਕੁਆਟਰ ਹੈਗਾ ਖੜਕ ਵਸਾਲਾ ਦੇ ਵਿੱਚ। ਖੜਕ ਵਸਾਲਾ ਕਿੱਥੇ ਲੋਕੇਟਡ ਆ? ਇਹ ਹੈਗਾ ਜੀ ਪੂਨੇ, ਮਹਾਰਾਸ਼ਟਰ ਦੇ ਵਿੱਚ। ਠੀਕ ਆ ਜੀ, ਪੂਨੇ ਮਹਾਰਾਸ਼ਟਰ ਦੇ ਵਿੱਚ ਆ। ਠੀਕ ਆ, ਸੋ ਇਹਦੇ ਵਿੱਚ ਕੀ ਹੁੰਦਾ NDA ਦੇ ਵਿੱਚ ਨਾ ਆਰਮੀ, 에ਅਰ ਫੋਰਸ ਤੇ ਨੇਵੀ ਦੀ ਨਾ ਜੁਆਇੰਟਲੀ ਮਤਲਬ ਟ੍ਰੇਨਿੰਗ ਹੁੰਦੀ ਆ। ਠੀਕ ਆ, ਇੱਕ ਰਿਟਨ ਐਗਜ਼ਾਮ, ਇੱਕ ਐਗਜ਼ਾਮ ਹੁੰਦਾ ਇੰਟਰਵਿਊ ਹੁੰਦੀ ਆ ਜਿਹਦੇ ਵਿੱਚ ਕਿ NDA ਦੇ ਵਿੱਚ ਪੇਪਰ ਕਰੈਕ ਕਰਕੇ ਤਾਂ ਉਹ ਆਪਣੇ ਬੈਚ ਦੇ ਵਿੱਚ ਸ਼ਾਮਲ ਹੁੰਦੇ ਨਾ। ਇਹ ਆਰਮੀ ਹੋ ਗਿਆ, 에ਅਰ ਫੋਰਸ ਹੋ ਗਿਆ, ਚਾਹੇ ਨੇਵੀ ਹੋ ਗਿਆ। ਠੀਕ ਆ, ਸੋ ਇਹਦੇ ਵਿੱਚ ਇਹ ਪਹਿਲਾਂ ਨਾ ਸਿਰਫ ਵੂਮੈਨਸ ਅਲਾਉ ਨਹੀਂ ਸੀ ਹੁੰਦੀਆਂ, ਇਹਦੇ ਵਿੱਚ ਸਿਰਫ ਮੈਨ ਦੀ ਹੁੰਦੀ ਸੀ। ਪਰ ਇਸ ਵਾਰ ਇਹ ਪਹਿਲਾ ਬੈਚ ਸ਼ੁਰੂ ਹੋਇਆ, ਪਹਿਲੀ ਵਾਰ ਐਗਜ਼ਾਮੀਨੇਸ਼ਨ ਹੋਇਆ। ਸੋ ਇਹਦੇ ਲਈ ਇਹ ਇੰਪੋਰਟੈਂਟ ਬਣਦਾ। ਇਹਦੇ ਵਿੱਚ ਨਾ ਹੈੱਡਕੁਆਟਰ ਦੇ ਵਿੱਚ ਤੁਸੀਂ ਪੂਨੇ ਮਹਾਰਾਸ਼ਟਰ ਤੋਂ ਇੱਕ ਚੀਜ਼ ਤੋਂ ਹੋਰ ਨਾ ਕਨਫਿਊਜ਼ ਹੋ। ਇੱਕ ਨਾ IMA ਹੁੰਦਾ, IMA ਮਤਲਬ ਇੰਡੀਅਨ ਮਿਲਟਰੀ ਅਕੈਡਮੀ, ਮਿਲਟਰੀ ਸਰਵਿਸਿਜ਼ ਅਕੈਡਮੀ। ਠੀਕ ਆ, ਸੋ ਇਹਦੀ ਅਗਰ ਆਪਾਂ ਗੱਲ ਕਰੀਏ ਇਹਦਾ ਹੈੱਡਕੁਆਟਰ ਕਿੱਥੇ ਲੋਕੇਟਡ ਆ? ਇਹਦਾ ਹੈੱਡਕੁਆਟਰ ਲੋਕੇਟਡ ਆ ਦੇਹਰਾਦੂਨ 'ਚ। ਠੀਕ ਆ, ਇਹਨਾਂ ਦੋਨਾਂ ਦੇ ਵਿੱਚ ਫਰਕ ਆ। ਠੀਕ ਆ, NDA ਤੇ IMA ਦੇ ਵਿੱਚ ਫਰਕ ਆ।
ਸੋ ਇਹ ਵੀ ਹੋ ਗਿਆ ਜੀ ਸੰਯੁਕਤ ਰਾਸ਼ਟਰ ਹੁਣ ਜੀ ਯੂਨਾਈਟਿਡ ਨੇਸ਼ਨ ਨੇ ਭਾਰਤ ਦੇ ਅਗਲੇ ਸਥਾਈ ਪ੍ਰਤੀਨਿਧੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ, ਮੋਸਟ ਇੰਪੋਰਟੈਂਟ ਬਣ ਗਿਆ, ਠੀਕ ਹੈ, ਅਪਾਇੰਟਮੈਂਟ ਤੇ ਰੁਚਿਕਾ ਕੰਬੋਜ, ਗੀਤਾ ਮੋਹਨ, ਸੁਨੀਤਾ ਅਰੋੜਾ ਜਾਂ ਸੰਗੀਤਾ ਸ਼ਰਮਾ, ਦੱਸੋ ਜੀ। ਸੋ ਰੁਚਿਕਾ ਕੰਬੋਜ ਨੂੰ ਕੀਤਾ ਵਾ ਜੀ, ਠੀਕ ਆ। ਯੂਨਾਈਟਿਡ ਨੇਸ਼ਨ ਆਪਾਂ ਡਿਟੇਲ ਦੇ ਵਿੱਚ ਕਰ ਲਾਂਗੇ। ਹੁਣ ਜੀ ਆਪ ਮੋਸਟ ਇੰਪੋਰਟੈਂਟ ਬਣਦਾ ਦੁਨੀਆ ਦੇ ਵਿੱਚ ਸੁਨੀਲ ਛੇਤਰੀ ਕਿਹੜੇ ਸਥਾਨ ਤੇ, ਸਪੋਰਟਸ ਤੋਂ ਕੁਐਸਚਨ ਆ, ਸੁਨੀਲ ਛੇਤਰੀ ਨੇ ਕਿਹੜੇ ਸਥਾਨ ਦੇ ਸਭ ਤੋਂ ਵੱਧ, ਠੀਕ ਆ ਜੀ, ਭਾਰਤ ਵੱਲੋਂ ਇਹ ਕਿਹਨੇ ਮਤਲਬ ਵੱਧ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲ ਖਿਡਾਰੀ ਬਣੇ ਦੁਨੀਆ ਦੇ, ਪੁੱਛਿਆ, ਠੀਕ ਆ। ਇਹ ਭਾਰਤ ਵੱਲੋਂ ਨਹੀਂ, ਵੈਸੇ ਭਾਰਤ ਵੱਲੋਂ ਹੋਏ ਨੇ, ਤੇ ਸਭ ਤੋਂ ਵੱਧ ਗੋਲ ਪਹਿਲਾ, ਦੂਜਾ, ਤੀਜਾ ਜਾਂ ਪੰਜਵਾਂ, ਕਿਵੇਂ ਰੈਂਕ ਤੇ ਆ ਜੀ ਇਹ। ਸੋ ਇਹ ਬਣਦਾ ਜੀ 5ਵੇਂ ਰੈਂਕ ਤੇ ਆ। ਅਗਰ ਆਪਾਂ ਕਰੀਏ 1 ਨੰਬਰ ਰੈਂਕ ਤੇ ਕੌਣ ਆ, ਕ੍ਰਿਸਟੀਆਨੋ ਰੋਨਾਲਡੋ। ਕ੍ਰਿਸਟੀਆਨੋ ਰੋਨਾਲਡੋ 1 ਨੰਬਰ ਰੈਂਕ ਤੇ ਆ। ਕਿੰਨੇ ਗੋਲ ਕਰ ਚੁੱਕੇ ਆ ਇਹ, 117 ਗੋਲ ਕਰ ਚੁੱਕੇ ਨੇ, ਠੀਕ ਆ। ਆਲਰੇਡੀ ਇਹ ਦੇਖੋ ਕਿੰਨੇ ਗੋਲ ਕਰ ਚੁੱਕੇ ਨੇ, ਠੀਕ ਆ। ਇੰਟਰਨੈਸ਼ਨਲ ਦੇ ਵਿੱਚ ਗੱਲ ਹੋ ਰਹੀ ਆ। ਹੁਣ ਜੇਕਰ ਇਹਦੀ ਇਹ 5ਵੇਂ ਨੰਬਰ ਤੇ ਕਿੰਨੇ ਆ, ਇਹਨਾਂ ਨੇ 84 ਗੋਲ ਕੀਤੇ ਨੇ, ਠੀਕ ਆ। ਸੁਨੀਲ ਛੇਤਰੀ ਨੇ 84 ਗੋਲ ਕੀਤੇ ਨੇ। ਇਹ 5ਵੇਂ ਨੰਬਰ ਦੇ ਉੱਤੇ ਇੱਕ ਹੋਰ ਫ੍ਰੈਂਸਿਕ ਕਰਕੇ ਕੋਈ ਨਾਮ ਆ, ਠੀਕ ਆ ਜੀ। ਸੋ ਨਾਮ ਨਹੀਂ ਮੈਨੂੰ ਉਹਦਾ, ਸੋ ਫ੍ਰੈਂਸਿਕ ਕਰਕੇ ਕੋਈ ਨਾਮ ਆ, ਉਹਨਾਂ ਦੇ ਨਾਲ ਜੁਆਇੰਟਲੀ ਇਹ 5ਵੇਂ ਨੰਬਰ ਤੇ ਮੌਜੂਦ ਆ, ਠੀਕ ਆ, ਜਿਹੜੀ ਰੈਂਕਿੰਗ ਜਾਰੀ ਹੋਈ ਆ, ਠੀਕ ਆ। ਹੁਣ ਸੋ ਨੈਕਸਟ ਆਪਾਂ ਕਰਦੇ ਹਾਂ ਜੀ ਹੁਣ ਆਪਾਂ, ਸੋ ਇਹ ਵੀ ਹੋ ਗਿਆ। ਕੈਨੇਡੀਅਨ ਗ੍ਰੈਂਡ ਪ੍ਰਿਕਸ ਆ ਜਿਹੜੀ 2022 ਦੀ, ਉਹ ਕਿਨੇ, ਗ੍ਰੈਂਡ ਪ੍ਰਿਕਸ ਦੇ ਉੱਤੇ ਇੱਕ ਕੁਐਸਚਨ ਜ਼ਰੂਰ ਬਣਦਾ ਹੁੰਦਾ। ਕਾਰਲੋਸ ਸੈਂਜ਼ ਹੋ ਗਿਆ, ਸੀਰੀਜ਼ ਪੈਰੇਜ਼ ਹੋ ਗਿਆ, ਲੂਇਸ ਹੈਮਿਲਟਨ ਹੋ ਗਿਆ ਜਾਂ ਮੈਕਸ ਵੈਰਸਟੈਪਨ ਹੋ ਗਿਆ। ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਜੀ ਇਹ ਵੀ ਕੁਐਸਚਨ। ਸੋ ਮੈਕਸ ਵੈਰਸਟੈਪਨ ਨੇ ਜਿੱਤੀ ਆ ਜੀ ਇਹ ਆਪਾਂ ਕੈਨੇਡੀਅਨ ਗ੍ਰੈਂਡ ਪ੍ਰਿਕਸ। ਹੁਣ ਜੀ ਹਾਲ ਹੀ ਦੇ ਵਿੱਚ ਕਿਹੜਾ ਹਵਾਈ ਅੱਡਾ ਪੂਰੀ ਤਰ੍ਹਾਂ ਨਾਲ ਹਾਈਡਰੋ ਅਤੇ ਸੋਲਰ ਪਾਵਰ ਤੇ ਚੱਲਣ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ। ਮੋਸਟ ਇੰਪੋਰਟੈਂਟ ਕੁਐਸਚਨ ਵਰਡ ਜੀ, ਹਾਈਡਰੋ ਐਂਡ ਸੋਲਰ ਪਾਵਰ ਦੇ ਉੱਤੇ ਕਿਹੜਾ ਵਾ ਜੀ ਇਹ, ਦੱਸੋ ਜੀ। ਸੋ ਇਹ ਹੈਗਾ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਠੀਕ ਹੈ ਜੀ, ਇਹ ਮੋਸਟ ਇੰਪੋਰਟੈਂਟ ਆ। 88 ਕਰੀਏ ਜੀ ਹੁਣ ਆਪਾਂ, ਕਿਹੜੀ ਕੰਪਨੀ ਨੇ ਸੂਰਿਆ ਨੂਤਨ ਇੰਡੋਰ ਸੋਲਰ ਕੁਕਿੰਗ ਸਿਸਟਮ ਸ਼ੁਰੂ ਕੀਤਾ ਵਾ, ਠੀਕ ਹੈ ਜੀ। ਸੂਰਿਆ ਨੂਤਨ ਨਾਮ ਦਾ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਲੂਮ ਸੋਲਰ ਨੇ, ਭਾਰਤ ਪੈਟਰੋਲੀਅਮ ਨੇ, ਜਾਂ ਕਿਸੇ ਨੇ ਵੀ ਨਹੀਂ ਕੀਤਾ ਗਾ ਇਹਨਾਂ ਚੋਂ। ਸੋ ਇਹਦਾ ਸਹੀ ਆਨਸਰ ਬਣਦਾ ਜੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ। ਨੈਕਸਟ ਕਰਦੇ ਹਾਂ ਜੀ, ਕਿਹੜਾ ਦੇਸ਼ ਹੈ ਇਹਨਾਂ ਚੋਂ ਜਿਹੜਾ ਕਿ ਜੂਨ 2022 ਦੇ ਵਿੱਚ G7 ਦੀ ਜਿਹੜੀ ਸਮਿਟ ਹੋਊਗੀ, ਠੀਕ ਆ, ਉਹ 2022 ਦੀ ਮੇਜ਼ਬਾਨੀ ਕਰੂਗਾ, ਕੀਤੀ ਆ, ਜਾਂ ਬ੍ਰਿਟੇਨ, ਜਰਮਨੀ, ਇਟਲੀ ਜਾਂ ਕੈਨੇਡਾ, ਦੱਸੋ ਜੀ। ਸੋ G7 ਹੋ ਗਿਆ, G20 ਹੋ ਗਿਆ, ਸਮਿਟ, ਇਹਨਾਂ ਦੇ ਉੱਤੇ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਕਰੰਟ ਅਫੇਅਰ ਹੋਣਗੇ। ਜ਼ਰੂਰੀ ਨਹੀਂ ਕਿ ਸਿਰਫ ਉਹ ਭਾਰਤ ਦੇ ਹੀ ਕਰੰਟ ਅਫੇਅਰ ਪੁੱਛਣ, ਉਹ ਇੰਟਰਨੈਸ਼ਨਲ ਇੰਪੋਰਟੈਂਸ ਜਿਹੜੇ ਹੁੰਦੇ ਨੇ, ਠੀਕ ਆ, ਦੁਨੀਆ ਦੇ ਉੱਤੇ ਜੋ ਚੀਜ਼ਾਂ ਹੋ ਰਹੀਆਂ ਨੇ, ਸੋ ਉਹਦੇ ਨਾਲ ਰਿਲੇਟਡ ਵੀ ਕੁਐਸਚਨ ਪੁੱਛ ਸਕਦੇ ਨੇ ਕਰੰਟ ਅਫੇਅਰ ਦੇ ਵਿੱਚੋਂ। ਸੋ ਇਹ ਜਿਹੜਾ ਆਪਣਾ 2022 ਦਾ ਜਿਹੜਾ G7 ਦਾ ਸਮਿਟ ਹੋਏਗਾ ਨਾ, G7 ਦਾ ਸਮਿਟ, ਇਹਦੀ ਜਰਮਨੀ ਮੇਜ਼ਬਾਨੀ ਕਰੂਗੀ, ਸ਼ਾਇਦ ਕਰ ਚੁੱਕੇ ਆ ਇਹ, ਠੀਕ ਆ, ਜੂਨ ਤਾਂ ਲੰਘ ਹੀ ਗਿਆ, ਕਰ ਚੁੱਕਿਆ ਜੀ ਇਹ ਬਿਲਕੁਲ। ਸੋ ਅਗਰ ਆਪਾਂ ਕਹਿੰਦੇ 2021 ਚ UK ਨੇ ਕੀਤੀ ਸੀ, 2022 ਦੇ ਵਿੱਚ ਜਰਮਨੀ ਕਰ ਰਿਹਾ, ਇਹ 24 ਤੱਕ ਯਾਦ ਕਰ ਲਿਓ, ਠੀਕ ਆ। 2023 ਵੀ ਪੁੱਛ ਸਕਦਾ ਵਾ, 2023 ਕਿਉਂਕਿ 2022 ਤਾਂ ਹੁਣ ਨਿਕਲ ਗਈ ਹੋਈ ਆ, ਜੂਨ ਨਿਕਲ ਗਈ ਹੋਈ ਆ, ਠੀਕ ਆ। 2022 ਵੀ ਪੁੱਛ ਸਕਦਾ, 2023 ਵੀ ਪੁੱਛ ਸਕਦਾ। 2023 ਚ ਕੌਣ ਕਰੂਗਾ, ਜਾਪਾਨ ਕਰੂਗਾ, ਠੀਕ ਆ। 2024 ਚ ਕੌਣ ਕਰੂਗਾ, ਇਟਲੀ। 2024 ਤੱਕ ਕਰ ਲਓ। ਹਾਂਜੀ, ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਲੀਡ ਕਰੂਗਾ ਇੰਡੀਅਨ ਵੂਮੈਨਸ ਹਾਕੀ ਟੀਮ ਫॉर ਕਾਮਨਵੈਲਥ ਗੇਮਸ ਦੇ ਵਿੱਚ, ਮੋਸਟ ਇੰਪੋਰਟੈਂਟ ਆ, ਠੀਕ ਆ। ਹੁਣ ਕਾਮਨਵੈਲਥ ਗੇਮਸ ਜਿਹੜੀਆਂ ਨੇ ਉਹਦੇ ਵਿੱਚ ਕੌਣ ਉਹ ਕਰੇਗਾ, ਸਵਿਤਾ, ਸੁਸ਼ੀਲਾ ਚਾਨੂ, ਪੁਖਮਰਮ, ਤੇ ਨੈਕਸਟ ਆ ਗਿਆ ਜੀ ਆਪਣਾ ਨਵਜੋਤ ਕੌਰ ਜਾਂ ਰਾਣੀ ਰਾਮਪਾਲ। ਸੋ ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਜੀ ਸਵਿਤਾ ਕਰੇਗੀ, ਠੀਕ ਹੈ ਜੀ। ਸਵਿਤਾ ਆਪਣਾ ਵੂਮਨ ਟੀਮ ਦੀ ਅਗਵਾਈ ਕਰੇਗੀ। ਤੇ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਅਗਰ ਆਪਾਂ ਨੂੰ ਮੈਨ ਹਾਕੀ ਟੀਮ ਦੀ ਅਗਵਾਈ ਪੁੱਛ ਲਵੇ ਕਿ ਕੌਣ ਲੀਡ ਕਰ ਰਿਹਾ ਇਸ ਟਾਈਮ, ਕੌਣ ਕਰੇਗਾ ਜੀ, ਮਨਪ੍ਰੀਤ ਸਿੰਘ ਕਾਮਨਵੈਲਥ ਗੇਮਸ ਦੇ ਵਿੱਚ ਕਰ ਰਿਹਾ ਵਾ, ਠੀਕ ਹੈ, ਲੀਡ ਕਰ ਰਿਹਾ ਵਾ। ਤੇ ਜੇਕਰ ਆਪਾਂ ਨੂੰ ਇਹਦੇ ਵਿੱਚ ਇੱਕ ਹੋਰ ਕੁਐਸਚਨ ਤਾਂ ਮੈਂ ਤੁਹਾਨੂੰ ਉੱਪਰ ਕਰਵਾ ਰਿਹਾ, ਜਿਹੜੀ ਕਿ 37 ਮੈਂਬਰ ਮੰਡਲੀ ਆ, ਉਹਦੀ ਅਗਵਾਈ ਕੌਣ ਕਰ ਰਿਹਾ ਵਾ, ਨੀਰਜ ਚੋਪੜਾ। ਇਹ ਤਾਂ ਮੈਂ ਤੁਹਾਨੂੰ ਕਰਵਾ ਹੀ ਚੁੱਕਿਆ ਵਾ, ਠੀਕ ਹੈ। G20 ਆ ਗਿਆ ਜੀ। ਹੁਣ G7 ਆਪਾਂ ਕਹਿੰਦੇ G20 ਦੀਆਂ 2023 ਦੇ ਵਿੱਚ ਜਿਹੜੀ ਮੀਟਿੰਗ ਹੋਊਗੀ ਨਾ, ਉਹਦੀ ਕਿਹੜੀ ਸਟੇਟ ਜਾਂ UT ਹੋਸਟ ਕਰੂਗੀ, ਠੀਕ ਆ। ਹੁਣ ਇਹ ਤਾਂ ਪਹਿਲੀ ਗੱਲ ਤਾਂ ਭਾਰਤ ਕਰੇਗੀ ਤਾਂ ਮੋਸਟ ਇੰਪੋਰਟੈਂਟ ਬਣਦਾ ਹੀ ਹੈ, ਦਿੱਲੀ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਜਾਂ ਮਹਾਰਾਸ਼ਟਰ। ਸੋ ਇਹ ਹੋ ਰਹੀ ਆ ਜੀ ਆਪਣੀ ਜੰਮੂ ਐਂਡ ਕਸ਼ਮੀਰ UT ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਪੇਪਰ ਦੇ ਵਿੱਚ ਰਿਪੀਟ ਹੋ ਸਕਦਾ ਵਾ, ਠੀਕ ਆ। 2021 ਦੇ ਵਿੱਚ ਕਿਹਨੇ ਕੀਤੀ ਸੀ, 2021 ਚ ਇਟਲੀ ਨੇ ਕੀਤੀ ਸੀ, ਠੀਕ ਹੈ ਜੀ। 2022 ਦੇ ਵਿੱਚ ਕਿਹਨੇ ਕੀਤੀ ਆ, ਇੰਡੋਨੇਸ਼ੀਆ ਨੇ, ਠੀਕ ਹੈ ਜੀ। ਇੰਡੋਨੇਸ਼ੀਆ ਨੇ 2021 ਚ ਇਟਲੀ, 2022 ਚ ਇੰਡੋਨੇਸ਼ੀਆ, ਤੇ 2023 ਦੇ ਵਿੱਚ ਆ ਗਿਆ ਜੰਮੂ ਕਸ਼ਮੀਰ। ਪੇਪਰ ਦੇ ਵਿੱਚ ਮੋਸਟ ਐਕਸਪੈਕਟਡ ਕੁਐਸਚਨ ਬਣੇਗਾ ਇਹ, ਠੀਕ ਹੈ ਜੀ। ਸੋ ਆਹ ਨਾਲ ਦੇ ਵੀ ਦਿੱਤਾ ਹੋਇਆ ਆਪਾਂ ਤੁਹਾਨੂੰ। ਸੋ ਕਿਸ ਦੇਸ਼ ਨੂੰ ਯੂਰਪ ਦੀ ਸਭ ਤੋਂ ਵੱਡੀ ਸਟਾਰਟਅਪ ਕਾਨਫਰੰਸ ਵਾਈਵਾ ਟੈਕ 2020 ਚ ਕੰਟਰੀ ਆਫ ਦਾ ਈਅਰ ਵਜੋਂ ਮਾਨਤਾ ਦਿੱਤੀ ਗਈ, ਪਾਕਿਸਤਾਨ, ਇੰਡੀਆ, ਚਾਈਨਾ ਜਾਂ USA, ਦੱਸੋ ਜੀ।
ਸੋ ਇਹਦਾ ਇੰਡੀਆ ਨੂੰ ਮਿਲੀ ਆ ਜੀ ਕੰਟਰੀ ਆਫ ਦਾ ਈਅਰ ਦੀ ਮਾਨਤਾ ਮਿਲੀ ਆ। ਠੀਕ ਹੈ ਜੀ। ਨੈਕਸਟ, ਵਿਸ਼ਵ ਗੋਲਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਗਲੋਬਲ ਗੋਲਡ ਰੀਸਾਈਕਲਿੰਗ ਵਿੱਚ ਭਾਰਤ ਦਾ ਦਰਜਾ ਕਿਹੜਾ? ਪੰਜਵਾਂ, ਪਹਿਲਾ, ਚੌਥਾ ਜਾਂ ਤੀਜਾ? ਸੋ 4th ਰੈਂਕ ਆ ਜੀ। ਠੀਕ ਆ, ਚੌਥੇ ਨੰਬਰ ਦੇ ਉੱਤੇ ਆ। ਨੈਕਸਟ ਆਪਾਂ ਸੋ ਇਹਦੇ ਉੱਤੇ ਜ਼ਿਆਦਾ ਨਾ ਕੋਈ ਐਕਸਪਲੇਨ ਕਰਨ ਵਾਲਾ ਨਹੀਂ, ਇਸ ਲਈ ਮੈਂ ਜਲਦੀ ਕਰਵਾ ਰਿਹਾ ਕਿ ਤੁਹਾਡਾ ਵੀ ਜ਼ਿਆਦਾ ਟਾਈਮ ਵੇਸਟ ਨਾ ਹੋਵੇ। ਵਾਟ ਇਜ਼ ਦਾ ਰੈਂਕ ਆਫ ਇੰਡੀਆ? ਇੰਡੀਆ ਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਆ ਜਿਹੜਾ ਕਿ ਆਪਣੀ ਗਲੋਬਲ ਸਕਿੱਲ ਰਿਪੋਰਟ ਜਿਹੜੀ 2022 ਦੀ ਜਾਰੀ ਹੋਈ ਆ? 64, 68, 72 ਜਾਂ 75? ਬਿਲਕੁਲ ਸਹੀ ਜੀ, ਇਹਦਾ 68 ਆਪਣਾ ਰੈਂਕ ਬਣੇਗਾ। ਠੀਕ ਆ, ਸੋ ਹੁਣ ਆਹ ਥੋੜ੍ਹੀਆਂ ਜਿਹੀਆਂ ਮੈਂ ਰੈਂਕਿੰਗ ਦਿੱਤੀਆਂ ਹੋਈਆਂ, ਇਹ ਜ਼ਰੂਰ ਕਰ ਲਿਓ ਤੁਸੀਂ। ਗਲੋਬਲ ਸਕਿੱਲ ਰਿਪੋਰਟ ਦੇ ਵਿੱਚ 1 ਨੰਬਰ ਤੇ ਸਵਿਟਜ਼ਰਲੈਂਡ ਲਿਆ ਵਾ, ਤੇ ਰੈਂਕ ਆਪਣਾ ਰਿਹਾ ਵਾ 68 ਨੰਬਰ ਇੰਡੀਆ ਦਾ। ਖਾਸ ਕਰ ਇੰਡੀਆ ਦਾ ਜ਼ਰੂਰ ਕਰ ਦਿਓ। ਗਲੋਬਲ ਕਰਪਸ਼ਨ ਇੰਡੈਕਸ ਰੈਂਕ ਜਿਹੜਾ 2021 ਦਾ ਜਾਰੀ ਹੋਇਆ ਸੀ, ਉਹਦੇ ਵਿੱਚ 85 ਨੰਬਰ ਰੈਂਕ ਸੀ ਇੰਡੀਆ ਦਾ। ਇੰਡੀਆ ਦਾ ਜਿਹੜਾ ਸਕਿੱਲ ਰਿਪੋਰਟ ਦੇ ਵਿੱਚ 2022 ਦੇ ਵਿੱਚ ਕਿਹਨੇ ਕੀਤਾ? ਮਹਾਰਾਸ਼ਟਰ ਨੇ। ਤੇ ਟਰੈਵਲ ਐਂਡ ਟੂਰਿਜ਼ਮ ਇੰਡੈਕਸ ਜਿਹੜਾ ਕਿ 2021 ਦਾ ਸੀ, ਉਹ 'ਚ ਇੰਡੀਆ ਦਾ ਰੈਂਕ ਰਿਹਾ ਵੀ ਜੀ ਆਪਣਾ 54। 2022 'ਚ ਪ੍ਰੈਸ ਫਰੀडम ਇੰਡੈਕਸ ਲਾਂਚ ਹੋਇਆ ਵਾ, ਜਿਹਦੇ ਵਿੱਚ ਇੰਡੀਆ ਦਾ ਰੈਂਕ ਰਿਹਾ 150। ਹੈਨਲੀ ਪਾਸਪੋਰਟ ਇੰਡੈਕਸ ਰਿਲੀਜ਼ ਕੀਤਾ। ਇਹ ਨਾ ਜਿਹੜਾ ਇੰਡੈਕਸ ਪਾਸਪੋਰਟ ਦਾ ਇੰਡੈਕਸ ਹੁੰਦਾ ਵਾ ਨਾ, ਸੋ ਇਹ ਵਾਲਾ ਇੰਡੈਕਸ ਜਾਰੀ ਕੀਤਾ ਹੁੰਦਾ ਕੁਆਟਰਲੀ ਕੀਤਾ ਜਾਂਦਾ, ਜਿਵੇਂ 1 ਤੋਂ ਲੈ ਕੇ ਤੀਜੇ ਮਹੀਨੇ ਤੱਕ, ਚੌਥੇ ਤੋਂ ਲੈ ਕੇ 6ਵੇਂ ਮਹੀਨੇ ਤੱਕ। ਠੀਕ ਆ, ਸੋ ਇਸ ਤਰ੍ਹਾਂ 6ਵੇਂ ਤੋਂ ਲੈ ਕੇ 9ਵੇਂ, ਸੋ ਪੂਰੇ ਸਾਲ ਦਾ ਕੁਆਟਰਲੀ 3-3 ਮਹੀਨਿਆਂ ਦੇ ਰੈਂਕ ਜਾਰੀ ਹੁੰਦੇ ਆ। ਇਹ ਸਾਰੇ ਤੁਹਾਨੂੰ ਯਾਦ ਕਰਨੇ ਪੈਣੇ ਆ ਕੁਆਟਰ ਵਾਈਜ਼। ਠੀਕ ਆ, ਸੋ ਇਹ 83ਵਾਂ ਰੈਂਕ ਰਿਹਾ ਜਿਹੜਾ ਪਹਿਲਾ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ ਕੁਆਟਰ ਲਈ ਸੀਗਾ। ਠੀਕ ਹੈ ਜੀ। ਟੌਪ ਤੇ ਕਿਹੜੀ ਰਹੀ ਆ? ਜਾਪਾਨ ਤੇ ਸਿੰਗਾਪੁਰ। ਸਭ ਤੋਂ ਆਖਰੀ ਨੰਬਰ ਦੇ ਉੱਤੇ ਕਿਹੜਾ ਵਾ? ਜਿੱਥੇ ਕਿ ਲੋਕ ਜਾਣਾ ਪਸੰਦ ਨਹੀਂ ਕਰਦੇ ਜੀ। ਠੀਕ ਆ, ਹੈਨਲੀ ਪਾਸਪੋਰਟ ਇੰਡੈਕਸ ਦੇ ਵਿੱਚ ਲਾਸਟ ਰਿਹਾ ਅਫਗਾਨਿਸਤਾਨ ਦਾ। ਹੁਣ ਜੀ ਨੈਕਸਟ ਆ ਗਿਆ ਜੀ ਗਲੋਬਲ ਲਿਵੇਬਲ ਇੰਡੈਕਸ ਜਿਹੜਾ ਹੋਇਆ ਜੀ 2022 ਦੇ ਵਿੱਚ। ਇਹਦੀ ਰਿਪੋਰਟ ਦੇ ਵਿੱਚ ਕਿਹੜੇ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਵੱਧ ਰਹਿਣਯੋਗ ਸ਼ਹਿਰ ਦਾ ਦਰਜਾ ਦਿੱਤਾ ਗਿਆ? ਮੁੰਬਈ, ਦਿੱਲੀ, ਲੰਡਨ ਜਾਂ ਵਿਨਿਨ? ਸੋ ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ ਵਿਨੇਨਾ। ਠੀਕ ਆ, ਇਹ ਜ਼ਰੂਰ ਕਰ ਦਿਓ ਤੁਸੀਂ ਵਿਨੇਨਾ। ਤਾਂ ਇੱਥੇ ਲਿਵੇਬਲ ਦੇ ਵਿੱਚ 1 ਨੰਬਰ ਦੇ ਉੱਤੇ ਰਿਹਾ ਵਾ। ਹੁਣ ਇੱਕ ਨਾ ਕੁਐਸਚਨ ਹੋਰ ਪੇਪਰ ਦੇ ਵਿੱਚ ਰਿਪੀਟ ਹੋਊਗਾ ਕਿ ਇਸ ਟਾਈਮ ਦੇ ਉੱਤੇ ਆਪਾਂ ਨੂੰ ਕਿਹਾ 2022 ਦੇ ਵਿੱਚ ਟਰੀ ਸਿਟੀ ਆਫ ਇੰਡੀਆ ਕਿਹੜੀ ਆ ਜੀ? ਟਰੀ 2021 ਲਈ 2022 ਦੇ ਵਿੱਚ ਹੋਇਆ ਵਾ ਇਹ। ਟਰੀ ਸਿਟੀ ਆਫ ਇੰਡੀਆ ਕਿਹੜੀ ਆ ਜੀ? ਇੱਕ ਤਾਂ ਹੈਗੀ ਆ ਜੀ ਮੁੰਬਈ। ਠੀਕ ਆ ਜੀ, ਇੱਕ ਹੈਗੀ ਆ ਮੁੰਬਈ, ਇੱਕ ਹੈਗੀ ਆ ਸ਼ਾਇਦ ਹੈਦਰਾਬਾਦ। ਹਾਂਜੀ, ਹੈਦਰਾਬਾਦ ਹੀ ਆ। ਇੱਕ ਹੈਦਰਾਬਾਦ ਤੇ ਇੱਕ ਮੁੰਬਈ, ਟਰੀ ਸਿਟੀ ਆਫ ਇੰਡੀਆ। ਠੀਕ ਹੈ ਜੀ, ਸੋ ਆ ਐਡ ਕੀਤਾ ਹੋਇਆ ਆਪਣਾ ਮੁੰਬਈ ਤੇ ਹੈਦਰਾਬਾਦ ਆ 2022। ਯੂਨਾਈਟਿਡ ਨੇਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ FAO ਨੇ ਆਰਬਰ ਡੇ ਫਾਊਂਡੇਸ਼ਨ ਹੈਵ ਜੁਆਇੰਟਲੀ ਰਿਕੋਗਨਾਈਜ਼ ਕੀਤੀ ਹੈ ਇਹਨਾਂ ਨੇ ਮੁੰਬਈ ਤੇ ਹੈਦਰਾਬਾਦ ਨੂੰ 2021 ਦੀ ਟਰੀ ਸਿਟੀ ਆਫ ਦੀ ਵਰਲਡ। ਠੀਕ ਹੈ ਜੀ, ਟਰੀ ਸਿਟੀ ਆਫ ਦੀ ਵਰਲਡ। ਨੈਕਸਟ ਆਪਾਂ ਕਰਦੇ ਹਾਂ ਰਾਸ਼ਟਰੀ MSME ਅਵਾਰਡ ਆ ਜਿਹੜਾ ਜੀ 2022 ਦਾ ਵਿੱਚ ਕਿਸ ਰਾਜ ਨੂੰ ਪਹਿਲਾ ਇਨਾਮ ਦਿੱਤਾ ਗਿਆ ਹੈ? ਮਹਾਰਾਸ਼ਟਰ ਨੂੰ, ਉੜੀਸਾ ਨੂੰ, ਗੁਜਰਾਤ ਨੂੰ ਜਾਂ ਪੰਜਾਬ ਨੂੰ? ਇੰਪੋਰਟੈਂਟ ਬਣਦਾ ਵਾ ਜੀ ਇਹ ਵੀ। ਸੋ ਉੜੀਸਾ ਨੂੰ ਦਿੱਤਾ ਗਿਆ। ਹੁਣ MSME ਬਾਰੇ ਆਪਾਂ ਥੋੜਾ ਜਿਹਾ ਜ਼ਿਕਰ ਕਰ ਲੈਣਾ ਹੈ ਕਿ MSME ਹੁੰਦਾ, ਪਹਿਲੀ ਗੱਲ ਤਾਂ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਇਹਦੀ ਫੁੱਲ ਫਾਰਮ ਹੋ ਗਈ। ਠੀਕ ਹੈ, MSME ਦੀ ਫੁੱਲ ਫਾਰਮ ਹੋ ਗਈ। ਇਹ ਕਦੋਂ ਹੋਇਆ ਸੀ? 1906 ਐਕਟ ਜਿਹੜਾ ਡਿਵੈਲਪਮੈਂਟ ਐਕਟ MSMED ਐਕਟ 1906 ਦੇ ਤਹਿਤ ਇਹ ਹੋਇਆ ਸੀ। ਠੀਕ ਹੈ, ਸੋ ਬਸ 97 ਕਰੀਏ ਜੀ। ਹੁਣੇ ਰੀਸੈਂਟਲੀ ਨਾ ਇੱਕ ਆਪਣੀ ਹੋਈ ਆ FIFA ਦੀ ਵਰਲਡ ਰੈਂਕਿੰਗ ਜਾਰੀ ਹੋਈ ਆ। ਭਾਰਤੀ ਫੁੱਟਬਾਲ ਟੀਮ ਦਾ ਦਰਜਾ ਦੱਸੋ ਜੀ ਕੀ ਰਿਹਾ? 100, 101, 102 ਜਾਂ 104? ਇਹ ਵੀ ਇੰਪੋਰਟੈਂਟ ਬਣਦਾ ਵਾ ਜੀ। ਸੋ ਭਾਰਤ ਦੀ ਜਿਹੜੀ ਫੁੱਟਬਾਲ ਟੀਮ ਆ ਜੀ ਉਹਦਾ ਦਰਜਾ ਰਿਹਾ ਜੀ 104। ਠੀਕ ਹੈ, 104 ਨੰਬਰ ਦੇ ਉੱਤੇ ਰਿਹਾ ਵਾ ਇਹ ਦਰਜਾ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਹ ਮੈਨ ਦੀ ਫੁੱਟਬਾਲ ਟੀਮ ਆ। ਠੀਕ ਆ, ਮੈਨ ਦੀ ਫੁੱਟਬਾਲ ਟੀਮ ਆ। ਜਿਹੜਾ ਆਪਣਾ ਫੀਮੇਲ ਦੀ ਜਿਹੜੇ ਵੂਮੈਨ ਦੀ ਆ ਇਹ ਕਿੰਨਾ ਨੰਬਰ ਰਿਹਾ ਵਾ? 56 ਨੰਬਰ। ਨੈਕਸਟ ਕਰਦੇ ਹਾਂ ਜੀ। ਹੁਣ ਬ੍ਰਾਜ਼ੀਲ ਟੌਪ ਦੇ ਉੱਤੇ ਰਿਹਾ ਵਾ। ਇੰਡੀਅਨ ਵੂਮੈਨ ਸੀਨੀਅਰ ਨੈਸ਼ਨਲ ਟੀਮ ਰਹੀ ਆ 56ਵੇਂ ਨੰਬਰ ਤੇ। ਹਾਲ ਹੀ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਬੈਕਟੀਰੀਆ ਦੀ ਖੋਜ ਕਿਹੜੇ ਦੇਸ਼ ਨੇ ਕੀਤੀ ਆ ਜੀ? ਮੋਸਟ ਇੰਪੋਰਟੈਂਟ ਬਣਦਾ ਇੰਡੋਨੇਸ਼ੀਆ, ਮਾਦਗਸਾਗਰ ਜਾਂ ਆਪਣਾ ਫਰਾਂਸ ਜਾਂ ਕੋਲੰਬੀਆ? ਸੋ ਇਹ ਕੀਤੀ ਆ ਜੀ ਆਪਣੀ ਫਰਾਂਸ ਨੇ। ਸੋ ਇਹੋ ਜਿਹੇ ਕੁਐਸਚਨ ਇੰਪੋਰਟੈਂਟ ਬਣ ਜਾਂਦੇ ਨੇ। ਠੀਕ ਹੈ ਜੀ, ਪੇਪਰ ਦੇ। ਨੈਕਸਟ ਆ ਗਿਆ ਜੀ ਨੀਤੀ ਆਯੋਗ ਦੇ ਨਵੇਂ ਕਾਰਜਕਾਰੀ ਮਤਲਬ ਚੀਫ ਐਗਜ਼ੀਕਿਊਟਿਵ ਜਿਹੜਾ ਆਫਿਸਰ ਆ ਜਿਹੜਾ ਨੀਤੀ ਆਯੋਗ ਦਾ ਕੋਣਾ, ਜਿਹਨੂੰ ਆਪਾਂ CEO ਵੀ ਕਹਿ ਦਿੰਦੇ ਆ। ਠੀਕ ਆ, ਸੋ ਪਰਮ ਸਵਰਨ ਆਇਰ, ਅਮਿਤਾਭ ਕਾਂਤ, ਸੁਮਨ ਬੈਰੀ ਜਾਂ ਸੁਨੀਲ ਚੌਹਾਨ? ਸੋ ਇਹ ਬਣਦਾ ਜੀ ਪਰਮ ਸਵਰਨ ਆਇਰ। ਇਹਨੇ ਕਿਹਨੂੰ ਰਿਪਲੇਸ ਕੀਤਾ? ਅਮਿਤਾਭ ਕਾਂਤ। ਹੁਣ ਨੈਕਸਟ ਅਗਰ ਆਪਾਂ ਗੱਲ ਕਰੀਏ ਨੀਤੀ ਆਯੋਗ ਦੀ ਸਥਾਪਨਾ ਕਦੋਂ ਹੋਈ ਸੀ ਜੀ? 1 ਜਨਵਰੀ 2015। ਗਵਰਨਮੈਂਟ ਦੀ ਥਿੰਕ ਟੈਂਕ ਪਾਲਿਸੀ ਆ। ਠੀਕ ਆ, ਥਿੰਕ ਟੈਂਕ ਪਾਲਿਸੀ ਆ। ਸੋ ਬਸ ਹੋਰ ਇਹਦੇ ਵਿੱਚ ਇਹਦਾ ਚੇਅਰਮੈਨ ਕੌਣ ਹੁੰਦਾ? ਚੇਅਰਮੈਨ ਹੁੰਦਾ ਜੀ ਪ੍ਰਾਈਮ ਮਿਨਿਸਟਰ। ਬਾਕੀ ਜਦੋਂ ਆਪਾਂ ਟੌਪਿਕ ਕਰਾਂਗੇ ਉਹਦੇ ਵਿੱਚ ਕਰਾਂਗੇ। ਵੈਸੇ ਮੈਂ ਤੁਹਾਨੂੰ 2-3 ਵਾਰੀ ਪਹਿਲਾਂ ਇਹ ਕਰਵਾ ਚੁੱਕਿਆ ਮੈਂ ਇਦਾਂ ਹੀ ਕਿਸੇ MCQ ਦੇ ਵਿੱਚ। ਤੇ ਇਹਦੀ ਨਾ ਇੱਕ ਫੁੱਲ ਫਾਰਮ ਜ਼ਰੂਰ ਯਾਦ ਕਰ ਲਿਓ। ਪੇਪਰ ਦੇ ਵਿੱਚ ਫੁੱਲ ਫਾਰਮ ਦੇ ਉੱਤੇ ਬਹੁਤ ਕਨਫਿਊਜ਼ਨ ਕੁਐਸਚਨ ਆਉਂਦਾ। ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਫੁੱਲ ਫਾਰਮ ਆ ਵੀ ਚੁੱਕੀ ਆ ਇਹ 2021 ਜਿਹੜਾ ਪੇਪਰ ਹੋਇਆ ਸੀ। ਨੈਸ਼ਨਲ ਇੰਸਟੀਟਿਊਸ਼ਨ
फॉर ट्रांसफॉर्मिंग इंडिया, ठीक है, नीति आयोग की, ठीक है। गोल्डन अचीवमेंट अवार्ड 2021 का प्राप्त करता कौन रहा वा जी? विश्वा करियप्पा, ए गोपाल कृष्णन, विजय अमृतराज या नन ऑफ दी अबव? दसो जी। 100 क्वेश्चन के उत्ते आप आ चुके हैं जी। विजय अमृतराज, ठीक है जी, इनू कर लियो जी। ਹੁਣੇ ਹੁਣੇ ਕਹਿੰਦੇ ਰੀਸੈਂਟਲੀ ਕਿਸ ਦੇਸ਼ ਦੀ, ਕਿਹੜੀ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣੇ 50 ਸਾਲ ਪੁਰਾਣੇ ਚੱਲ ਰਹੇ ਇੱਕ ਨਾ ਕੇਸ ਚੱਲ ਰਿਹਾ ਸੀਗਾ, ਰੋ ਤੇ ਵੇਡ ਦਾ ਕੇਸ ਚੱਲ ਰਿਹਾ ਸੀਗਾ, ਦੇ ਕੇਸ ਦੇ ਫੈਸਲੇ ਨੂੰ ਪਲਟ ਦਿੱਤਾ ਅਤੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ, ਜਿੱਦਾਂ ਕਿ ਆਪਾਂ ਇੱਕ ਰਾਈਟ ਹੁੰਦਾ ਨਾ, ਰਾਈਟ ਟੂ, ਇੱਕ ਸੀਗਾ ਰਾਈਟ ਟੂ ਅਬੋਰਸ਼ਨ ਨਾਮ ਦਾ ਇੱਕ ਰਾਈਟ ਸੀਗਾ, ਉਹਨਾਂ ਦਾ ਫੰਡਾਮੈਂਟਲ ਰਾਈਟ ਸੀਗਾ, ਠੀਕ ਆ। USA ਦੀ ਗੱਲ ਹੋ ਰਹੀ ਹੈ, ਠੀਕ ਆ। ਸੋ ਉਹਨੂੰ ਅਬੋਲਿਸ਼ ਕਰ ਦਿੱਤਾ ਵਾ ਇਹਨਾਂ ਨੇ। USA, ਕੈਨੇਡਾ, ਇੰਡੀਆ ਜਾਂ ਇੰਗਲੈਂਡ? ਦੱਸੋ ਜੀ, ਜੇਕਰ ਤੁਸੀਂ ਪੜ੍ਹਿਆ ਹੋਇਆ ਇੰਪੋਰਟੈਂਟ ਕੁਐਸਚਨ ਹੁੰਦਾ। USA ਹੈ ਜਿਹਨੇ ਕਿ ਇਹਨੇ ਰਾਈਟ ਟੂ ਅਬੋਰਸ਼ਨ ਨੂੰ ਇਹਨੂੰ ਆਪਣਾ ਉਹ ਕਰ ਦਿੱਤਾ। ਆਪਣਾ ਭਾਰਤ ਦੇ ਜਿਹੜੇ ਫੰਡਾਮੈਂਟਲ ਰਾਈਟਸ ਦੀ ਅਗਰ ਆਪਾਂ ਗੱਲ ਕਰੀਏ, ਇਹ ਕਿੱਥੋਂ ਲਏ ਗਏ ਨੇ? ਇਹ ਵੀ USA ਮਾਡਲ ਤੋਂ ਹੀ ਇੰਸਪਾਇਰ ਨੇ, ਠੀਕ ਆ। ਸੋ ਇਹਦੇ ਲਈ ਇਹ ਇੰਪੋਰਟੈਂਟ ਬਣ ਜਾਂਦਾ ਵਾ। ਬਾਕੀ ਮੈਂ ਤੁਹਾਨੂੰ ਹੁਣ ਪੂਰਾ ਤਾਂ ਦੱਸਾਂਗਾ ਨਹੀਂ, ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰ ਕਰਵਾ ਚੁੱਕਾ ਹਾਂ ਕਿ ਪਾਰਟ 3 ਦੇ ਵਿੱਚ ਦਰਜ ਆ ਆਪਣੇ ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਨੇ। 12 ਤੋਂ 35 ਨੰਬਰ ਆਰਟੀਕਲ 'ਚ ਦਰਜ ਆ ਆਪਣੀ ਫੰਡਾਮੈਂਟਲ ਰਾਈਟਸ ਦੀ, ਤੁਸੀਂ ਕਲਾਸ ਜਾ ਕੇ ਦੇਖ ਲਓ, ਉਹਦੇ ਵਿੱਚ ਸਾਰਾ ਡਿਟੇਲ ਦੇ ਵਿੱਚ ਆਪਾਂ ਕਰਵਾਇਆ ਹੋਇਆ ਵਾ, ਠੀਕ ਆ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਸਾਈਕਲਿਸਟ ਕੌਣ ਬਣੀ? ਠੀਕ ਆ। ਚਾਂਦੀ ਦਾ ਮਤਲਬ ਸਿਲਵਰ ਮੈਡਲ ਕਿਹਨੇ ਜਿੱਤਿਆ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ? ਵਿਕਰਮ ਸਿੰਘ, ਡੇਵਿਡ ਹਾਲਰਡ, ਰੋਨਾਲਡੋ ਸਿੰਘ ਜਾਂ ਆਪਣਾ ਕੌਣ ਬਣਿਆ? ਅਰਵਿੰਦ ਪਾਨਵਾਰ। ਸੋ ਇਹ ਵੀ ਇੰਪੋਰਟੈਂਟ, ਦਿੱਲੀ 'ਚ ਹੋਈ ਸੀ ਜੀ ਇਹ, ਠੀਕ ਆ ਜੀ। ਰੋਨਾਲਡੋ ਸਿੰਘ ਨੇ ਆਪਣਾ ਚਾਂਦੀ ਦਾ ਤਗਮਾ, ਸਿਲਵਰ ਜਿਹੜਾ ਮੈਡਲ ਆ ਉਹ ਕਿਹਨੇ ਜਿੱਤਿਆ ਜੀ? ਰੋਨਾਲਡੋ ਸਿੰਘ ਨੇ ਜਿੱਤਿਆ ਵਾ। ਸੋ ਪਹਿਲਾਂ ਗੋਲਡ ਕਿਹਨੇ? ਗੋਲਡ ਜਿੱਤਿਆ ਜੀ ਇਹ ਜਾਪਾਨ ਵੱਲੋਂ, ਜਾਪਾਨ ਦਾ ਕੋਈ ਸੀਗਾ ਪਰਸਨ, ਉਹਨੇ ਜਾਪਾਨ ਦੇ ਪਰਸਨ ਨੇ ਗੋਲਡ ਜਿੱਤਿਆ ਸੀ। ਨੈਕਸਟ ਕਰਦੇ ਹਾਂ। ਕਿਸ ਰਾਜ ਨੇ ਸਿੰਗਲ ਯੂਜ਼ ਪਲਾਸਟਿਕ ਬਾਈਬੈਕ, ਮਤਲਬ ਬਾਈਬੈਕ ਵਾਪਸ ਬੈਕ ਕਰਨ ਦੀ ਸਕੀਮ ਕਿਹੜੇ ਮਤਲਬ ਰਾਜ ਨੇ ਸ਼ੁਰੂ, ਠੀਕ ਆ। ਸੋ ਬੈਨ ਤਾਂ ਕੀਤੀ ਹੈ, ਇੱਕ ਬਾਈਬੈਕ ਵੀ ਸਕੀਮ ਚਲਾਈ ਹੈ ਕਿਸੇ ਨੇ। 75 ਰੁਪਏ ਕਿਲੋ ਦੇ ਹਿਸਾਬ ਦੇ ਨਾਲ, 75 ਰੁਪਏ ਕਿਲੋ ਦੇ ਹਿਸਾਬ ਨਾਲ ਬਾਈਬੈਕ ਕੇ ਵਾਪਸ ਕਰੋ। ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਜਾਂ ਸਿੱਕਮ? ਇਹ ਕਿਹਨੇ ਕੀਤੀ ਹੈ ਜੀ? ਹਿਮਾਚਲ ਪ੍ਰਦੇਸ਼ ਦਾ ਸਹੀ ਕਰੈਕਟ ਆਨਸਰ ਬਣਦਾ ਵਾ ਜੀ। ਨੈਕਸਟ ਕਰੀਏ ਜੀ ਹੁਣ ਆਪਾਂ। ਕਿਹੜੇ ਰਾਜ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਰਣਜੀ ਦਾ ਖਿਤਾਬ ਦਿੱਤਾ? ਰਣਜੀ ਟਰੋਫੀ ਇੰਪੋਰਟੈਂਟ ਬਣਦਾ ਵਾ, ਇਹਦੇ 'ਚੋਂ ਵੀ ਕੁਐਸਚਨ ਬਣਦਾ, ਰਣਜੀ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ, ਪੇਪਰ ਦੇ ਵਿੱਚ। ਉੱਤਰ ਪ੍ਰਦੇਸ਼, ਬਿਹਾਰ, ਪੰਜਾਬ ਜਾਂ ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ ਜਿੱਤਿਆ, ਠੀਕ ਆ। ਸੋ ਮੱਧ ਪ੍ਰਦੇਸ਼ ਨੇ ਜੀ ਮੁੰਬਈ ਨੂੰ ਹਰਾਇਆ, ਮੁੰਬਈ ਰਨਰ ਅਪ ਰਿਹਾ, ਤੇ ਆਪਣਾ ਰਣਜੀ ਦੇ ਵਿੱਚ ਕੌਣ ਜੇਤੂ ਰਿਹਾ ਜੀ? ਮੱਧ ਪ੍ਰਦੇਸ਼ ਜੇਤੂ ਰਿਹਾ। ਔਰ ਰਣਜੀ ਦਾ ਜੇਕਰ ਆਪਾਂ ਨੂੰ ਪੁੱਛ ਲੈਣਗੇ ਕਦੋਂ ਇਹਦੀ ਸਥਾਪਨਾ ਹੋਈ ਸੀ ਜੀ? 1934-35 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਪਹਿਲੀ ਚੀਜ਼ ਤਾਂ ਰਣਜੀ ਟਰੋਫੀ ਦੀ ਜਿਹੜੀ ਮਤਲਬ ਸ਼ੁਰੂ ਹੋਈ ਸੀ, ਸ਼ੁਰੂਆਤ ਹੋਈ ਸੀ, ਠੀਕ ਆ, 1934-35 'ਚ ਹੋਈ ਸੀ। ਇਹਦੇ ਵਿੱਚ ਸਭ ਤੋਂ ਵੱਧ ਰਨ ਕਿਹਨੇ ਕੌਣ ਬਣਾ ਚੁੱਕਿਆ ਜੀ? ਵਸੀਮ ਜਾਫਰ। ਵਸੀਮ ਜਾਫਰ ਤੁਸੀਂ ਜਾਣਦੇ, ਇਹ ਇੰਡੀਆ ਲਈ ਵੀ ਖੇਡ ਚੁੱਕਿਆ, ਠੀਕ ਆ। ਵੈਸੇ ਬੜਾ ਵਧੀਆ ਇੰਟਰਨੈਸ਼ਨਲ ਪਲੇਅਰ ਨਹੀਂ ਰਿਹਾ ਸੀ, ਪਰ ਇਹਨੇ ਰਣਜੀ ਦੇ ਵਿੱਚ ਬਹੁਤ ਸਕੋਰ ਬਣਾਏ ਹੋਏ ਨੇ, ਠੀਕ ਆ। ਸੋ ਵਸੀਮ ਜਾਫਰ ਰਿਹਾ। ਜੇਕਰ ਬੋਲਰ ਦੀ ਆਪਾਂ ਨੂੰ ਪੁੱਛਣਗੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਕੌਣ ਆ, ਤਾਂ ਰਜਿੰਦਰ ਗੋਇਲ। ਰਜਿੰਦਰ ਗੋਇਲ ਸਭ ਤੋਂ ਵੱਧ ਵਿਕਟਾਂ ਲੈ ਚੁੱਕਿਆ ਵਾ, ਠੀਕ ਆ, ਆਪਣੇ ਰਣਜੀ ਟਰੋਫੀ ਦੇ ਵਿੱਚ। ਹੁਣ ਜੀ ਟਾਟਾ ਪਾਵਰ ਸੋਲਰ ਸਿਸਟਮ ਨੇ ਕਮਿਸ਼ਨ ਕੀਤਾ ਇੰਡੀਆ ਦਾ ਲਾਰਜੈਸਟ ਫਲੋਟਿੰਗ ਸੋਲਰ ਪੁਆਇੰਟ ਪ੍ਰੋਜੈਕਟ ਇਨ ਵਿਚ ਸਟੇਟ? ਦੱਸੋ ਜੀ। ਤਾਮਿਲਨਾਡੂ 'ਚ, ਆਪਣਾ ਆਂਧਰਾ ਪ੍ਰਦੇਸ਼ 'ਚ, ਮਹਾਰਾਸ਼ਟਰ ਦੇ ਵਿੱਚ ਜਾਂ ਕਿੱਥੇ? ਦੱਸੋ ਜੀ। 105 ਨੰਬਰ ਕੁਐਸਚਨ ਬਣਦਾ ਪਿਆ ਵਾ ਜੀ ਇਹ। ਸੋ ਕਿੱਥੇ ਹੋਇਆ ਜੀ? ਟਾਟਾ ਨੇ ਪਾਵਰ ਸੋਲਰ ਸਿਸਟਮ ਕੇਰਲਾ ਦੇ ਵਿੱਚ ਹੋਇਆ ਵਾ। ਨੈਕਸਟ ਆਪਾਂ ਕਰਦੇ ਹਾਂ ਜੀ 106 ਨੰਬਰ। ਰਾਸ਼ਟਰੀ ਅੰਕੜਾ ਦਿਵਸ, ਨੈਸ਼ਨਲ ਸਟੈਟਿਸਟਿਕਸ ਡੇ ਕਦੋਂ ਆਬਜ਼ਰਵ ਕੀਤਾ ਜਾਂਦਾ ਵਾ ਜੀ? ਮੋਸਟ ਇੰਪੋਰਟੈਂਟ ਕੁਐਸਚਨ ਆ। ਸੋ ਇਹਦੇ ਵਿੱਚ ਸਾਰੇ ਹੀ ਇੰਪੋਰਟੈਂਟ ਬਣਦੇ ਨੇ, ਕੋਈ ਵੀ ਮੈਂ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਆਏਗਾ ਕਿ ਤੁਹਾਨੂੰ ਇਹ ਲੱਗੇ ਕਿ ਅਸੀਂ ਛੱਡ ਦਈਏ, ਕਿਉਂਕਿ ਛੱਡਣ ਲਈ ਤਾਂ ਤੁਸੀਂ, ਮੈਂ ਤੁਹਾਨੂੰ ਪਹਿਲਾਂ ਸੋਰਸ ਦੱਸਦੇ ਹੋਏ ਆ, ਚਾਹੇ ਤੁਸੀਂ ਡੇਲੀ ਕਰੀ ਜਾਓ, ਚਾਹੇ ਵੀਕਲੀ ਕਰੀ ਚਲਾਓ, ਚਾਹੇ ਮੰਥਲੀ ਕਰੀ ਜਾਓ, ਤੋ ਛੱਡਣ ਵਾਲੀਆਂ ਚੀਜ਼ਾਂ ਵੀ ਬਹੁਤ ਹੁੰਦੀਆਂ ਨੇ, ਪਰ ਇਹਦੇ ਵਿੱਚੋਂ ਤੁਸੀਂ ਕੁਛ ਨਹੀਂ ਛੱਡਣਾ, ਕਿਉਂਕਿ ਇਹ ਲੈ ਕੇ ਆਪਾਂ ਇੰਪੋਰਟੈਂਟ ਲੈ ਕੇ ਆਏ ਆ, ਸਾਰੇ ਕਰਨੇ ਹੀ ਪੈਣੇ ਨੇ ਤੁਹਾਨੂੰ। 28 ਜੂਨ, 29 ਜੂਨ, 30 ਜੂਨ ਜਾਂ 1 ਜੁਲਾਈ? ਦੱਸੋ ਜੀ। ਸੋ 29 ਜੂਨ ਨੂੰ ਮਨਾਇਆ ਜਾਂਦਾ ਵਾ, ਠੀਕ ਆ। ਇਹ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਠੀਕ ਆ। ਇਹ ਕਿੰਨਾ ਦੀ ਉਹਦੇ 'ਚ ਬਰਥ ਐਨੀਵਰਸਰੀ ਮਨਾਇਆ ਜਾਂਦਾ? PC ਮੋਹਨੋਬਿਸ, ਫਾਦਰ ਆਫ ਦਾ ਇੰਡੀਅਨ ਸਟੈਟਿਸਟਿਕਸ, ਠੀਕ ਆ, ਇਹਨਾਂ ਨੂੰ ਕਿਹਾ ਜਾਂਦਾ। 3 ਕੁਐਸਚਨ ਕਵਰ ਹੋਗੇ ਤੁਹਾਡੇ। ਹੂ ਹੈਜ਼ ਬੀਨ ਅਪਾਇੰਟਡ, ਨਿਊ ਚੇਅਰਮੈਨ ਕਿਹਨੂੰ ਬਣਾਇਆ ਗਿਆ ਜੀ? CBDT ਦਾ, ਠੀਕ ਆ ਜੀ, ਡਾਇਰੈਕਟ ਟੈਕਸਸ ਦਾ। ਅਰਵਿੰਦ ਕੁਲਕਰਨੀ, ਨਿਤਿਨ ਗੁਪਤਾ, GB ਮੋਹਪਾਤਰਾ ਜਾਂ ਆਨੰਦ ਕੁਮਾਰ? ਦੱਸੋ ਜੀ ਇਹਦਾ ਕਿਹੜਾ ਆਨਸਰ ਬਣਦਾ ਜੀ? ਸੋ ਇਹ ਨਿਤਿਨ ਗੁਪਤਾ ਨੂੰ ਬਣਾਇਆ ਵਾ, ਠੀਕ ਹੈ ਜੀ। B ਆਨਸਰ ਇਹਦਾ ਬਿਲਕੁਲ ਸਹੀ ਚਲਿਆ ਜਾਏਗਾ। ਸੋ ਇਹ ਥੋੜ੍ਹੇ ਜਿਹੇ ਹੋਰ ਨੇ, ਠੀਕ ਹੈ ਜੀ। CBIC ਦੇ ਆਪਣੇ ਕੌਣ ਨੇ? ਆਪਣੇ ਵਿਵੇਕ ਜੋਹਰੀ। CBSE ਦੇ ਕੌਣ ਨੇ? ਨਿਤਿਨ ਸ਼ਿਬਰ। NCERT ਦੇ ਕੌਣ ਹੈ? ਦਿਨੇਸ਼ ਸਕਲਾਨੀ। UGC ਦੇ ਕੌਣ ਨੇ? ਜਗਦੀਸ਼ ਕੁਮਾਰ। ਬਸ ਇਹ ਨਾਮ ਤੁਸੀਂ ਯਾਦ ਕਰਨੇ ਆ। ਹੁਣ ਜੀ
ਕੈਂਪੇ ਗੌੜਾ ਨੈਸ਼ਨਲ ਅਵਾਰਡ ਲਈ ਕਿਹਨੂੰ ਚੁਣਿਆ ਗਿਆ? SM ਕ੍ਰਿਸ਼ਨ ਨੂੰ, ਨਾਰਾਇਣ ਮੂਰਤੀ ਨੂੰ, ਪ੍ਰਕਾਸ਼ ਪਾਦੂਕੋਣੇ ਨੂੰ। ਦੱਸੋ ਜੀ ਕਿਹਨੂੰ ਕਿਹਨੂੰ ਇਹਨਾਂ ਜਾਂ ਇਹਨਾਂ ਤਿੰਨਾਂ ਨੂੰ ਹੀ ਚੁਣਿਆ ਵਾ? ਸੋ ਆਲ ਆਫ ਦੀ ਅਬਵ ਇਹਦਾ ਆਨਸਰ ਬਣਦਾ ਵਾ। ਪ੍ਰੈਸ ਕਾਉਂਸਲ ਆਫ ਇੰਡੀਆ PCI ਦਾ ਅਗਲਾ ਮੁਖੀ ਕਿਹਨੂੰ ਚੁਣਿਆ ਗਿਆ ਵਾ ਜੀ? ਰੰਜਨਾ ਪ੍ਰਕਾਸ਼ ਦੇਸਾਈ, ਚੰਦਰਮੌਲੀ ਕੁਮਾਰ ਪ੍ਰਸਾਦ, ਪ੍ਰਕਾਸ਼ ਦੁਬੇ ਜਾਂ BS ਪਾਟਿਲ। ਸੋ ਇਹਦਾ ਆਨਸਰ ਬਣਦਾ ਵਾ ਜੀ ਰੰਜਨਾ ਪ੍ਰਕਾਸ਼ ਦੇਸਾਈ, ਇਹਦਾ ਬਿਲਕੁਲ ਸਹੀ ਆਨਸਰ ਬਣਦਾ ਵਾ। ਕਿਹੜਾ ਰਾਜ ਆ ਇਹਦੇ 'ਚ ਜਿਹਨੇ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ, ਇੱਕ ਯੋਜਨਾ ਚੱਲੀ ਸੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਲਾਗੂ ਕਰਨ ਵਾਲਾ ਆਖਰੀ ਰਾਜ ਕਿਹੜਾ ਬਣਿਆ ਵਾ ਜੀ? ਤਾਂ ਤ੍ਰਿਪੁਰਾ, ਗੋਆ, ਆਪਣਾ ਰਾਜਸਥਾਨ ਜਾਂ ਅਸਾਮ। ਦੱਸੋ ਜੀ ਕਿਹੜਾ ਆਖਰੀ ਰਾਜ ਬਣਿਆ ਵਨ ਨੇਸ਼ਨ ਵਨ ਰਾਸ਼ਨ ਕਾਰਡ? ਉਹਦਾ ਸਹੀ ਬਣਦਾ ਜੀ ਅਸਾਮ ਬਣਿਆ ਵਾ। ਠੀਕ ਆ, 36ਵਾਂ ਬਿਲਕੁਲ ਆਖਰੀ ਰਾਜ ਜਾਂ UT ਆਪਾਂ ਲਾ ਸਕਦੇ ਹਾਂ, ਰਾਜ ਹੀ ਆ ਇਹ ਜੀ। ਠੀਕ ਹੈ ਜੀ, ਸਟੇਟ ਆ। ਕਿਹੜਾ ਦੇਸ਼ ਪਹਿਲੀ ਵਾਰ ਨਾਟੋ ਸੰਮੇਲਨ ਵਿੱਚ ਹਿੱਸਾ ਲਏਗਾ? ਮੋਸਟ ਇੰਪੋਰਟੈਂਟ, ਕਿਉਂਕਿ ਨਾਟੋ ਨਾ ਨਿਊਜ਼ ਦੇ ਵਿੱਚ ਆ। ਨਾਟੋ ਦੀ ਸਥਾਪਨਾ ਕਦੋਂ ਹੋਈ ਸੀ? 1949 ਦੇ ਵਿੱਚ ਹੋਈ ਸੀ। ਇੱਕ ਤੁਸੀਂ ਮੈਨੂੰ ਆਨਸਰ ਦੇਣਾ ਕਿ ਇਸ ਟਾਈਮ ਦੇ ਉੱਤੇ ਨਾਟੋ ਦੇ ਕਿੰਨੇ ਮੈਂਬਰ, ਕਿੰਨੀਆਂ ਕੰਟਰੀਜ਼ ਮੈਂਬਰ ਨੇ ਨਾਟੋ ਦੀਆਂ। ਤੇ ਇੱਕ ਮੈਨੂੰ ਹੋਰ ਆਨਸਰ ਦੇਣਾ ਵਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਿ ਨਾਟੋ ਦੇ ਕੀ ਇੰਡੀਆ, ਕੀ ਭਾਰਤ ਨਾਟੋ ਦਾ ਹਿੱਸਾ ਹੈਗਾ? ਫਿਲੀਪੀਨਸ, ਫਿਨਲੈਂਡ, ਨਾਰਵੇ ਜਾਂ ਜਾਪਾਨ। ਕਿੱਥੇ ਹੋਇਆ ਜੀ? ਕਿਹੜਾ ਦੇਸ਼ ਪਹਿਲੀ ਵਾਰ ਨਾਟੋ ਸੰਮੇਲਨ ਦੇ ਵਿੱਚ ਹਿੱਸਾ ਲਿਆ? ਹੁਣੇ ਰੀਸੈਂਟਲੀ ਜਾਪਾਨ ਨੇ ਲਿਆ ਵਾ ਜੀ, ਬਿਲਕੁਲ ਸਹੀ। ਠੀਕ ਹੈ ਜੀ, ਸੋ ਇਹ ਸੀਗਾ ਜੀ ਟੌਪ ਅੱਜ ਦੇ ਆਪਣੇ 61 ਕੁਐਸਚਨ। ਠੀਕ ਆ, ਇਹਦਾ ਹੈੱਡਕੁਆਰਟਰ ਵੀ ਮੈਂ ਤੁਹਾਨੂੰ ਬਰੁਸਲੀ ਦੇ ਵਿੱਚ ਬੈਲਜੀਅਮ ਦੇ ਵਿੱਚ ਆ। ਠੀਕ ਆ, 1949 ਮੈਂ ਤੁਹਾਨੂੰ ਕਰਵਾ ਚੁੱਕਿਆ। ਹੁਣ ਜੀ ਇਹ ਕੁਐਸਚਨ ਆਪਣੇ ਕਰ ਚੁੱਕੇ ਨੇ, ਮੋਸਟ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹ। ਠੀਕ ਆ ਜੀ, ਜੂਨ ਦੇ ਟੋਟਲ ਮੈਂ ਅਗਰ ਆਪਾਂ 111 ਦੇ ਕਰੀਬ ਹੀ ਲਗਭਗ ਕੁਐਸਚਨ ਹੋ ਗਏ ਨੇ ਟੋਟਲ। ਸੋ ਇਹਦੀ PDF ਆਪਾਂ ਤੁਹਾਨੂੰ ਬਹੁਤ ਜਲਦੀ ਆਪਣੇ 2-3 ਦਿਨ ਤੱਕ ਆਪਾਂ ਤੁਹਾਨੂੰ ਉਹਦੇ ਵਿੱਚ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕਰ ਦਾਂਗੇ। ਫਿਲਹਾਲ ਤੁਸੀਂ ਇੱਕ ਵਾਰੀ ਵੀਡੀਓ ਜ਼ਰੂਰ ਦੇਖੋ, ਕਿਉਂਕਿ ਬਹੁਤ ਮਿਹਨਤ ਲਾ ਕੇ ਅੱਜ ਪੂਰਾ ਐਤਵਾਰ ਸੰਡੇ ਅੱਜ ਮੈਂ ਪੂਰਾ ਸਵੇਰ ਦਾ ਲੱਗਿਆ ਹੋਇਆ ਕਿ ਮੋਸਟ ਇੰਪੋਰਟੈਂਟ ਜਿਹੜੇ ਤੁਹਾਡੇ ਹੋਣਗੇ MCQ ਇਹ ਤਿਆਰ ਕਰਨ ਨੂੰ ਮੈਨੂੰ ਇੰਨਾ ਟਾਈਮ ਲੱਗਿਆ ਵਾ। ਸੋ ਅੱਜ ਪੂਰੇ ਦਿਨ ਦੇ ਸਵੇਰ ਤੋਂ ਲੱਗਿਆ ਹੋਇਆ ਤਾਂ ਹੁਣ ਸ਼ਾਮ ਹੋ ਗਈ ਹੋਈ ਆ। ਦੇਖ ਲਓ ਪੂਰੇ ਦਿਨ ਦੇ ਵਿੱਚ ਇਹ ਟੋਟਲ 61 MCQ ਤਿਆਰ ਹੋਏ ਨੇ। ਸੋ ਤੁਸੀਂ ਇੰਨੀ ਕੁ ਸਪੋਰਟ ਜ਼ਰੂਰ ਕਰਨੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਵਾ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ। ਠੀਕ ਹੈ ਜੀ, ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾ। ਠੀਕ ਆ, ਅਗਲੀ ਕਲਾਸ ਆਪਾਂ ਹੁਣ ਅਗਲੇ ਐਤਵਾਰ ਲੈ ਕੇ ਆਵਾਂਗੇ ਤੁਹਾਡੇ ਲਈ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ। 15 ਦਿਨਾਂ ਦੇ ਚਾਹੇ ਉਹ 70 ਕੁਐਸਚਨ ਹੋ ਜਾਣ, ਚਾਹੇ 100 ਹੋ ਜਾਣ, ਚਾਹੇ 50 ਰਹਿ ਜਾਣ, ਮੋਸਟ ਇੰਪੋਰਟੈਂਟ ਆਪਾਂ ਕਰਨੇ ਆ ਤੇ ਸਾਰੇ ਆਪਣੇ ਕਵਰ ਹੋ ਜਾਣਗੇ। ਠੀਕ ਹੈ ਜੀ, ਬਾਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਠੀਕ ਹੈ ਜੀ, ਜੇਕਰ ਫ੍ਰੀ ਦੇ ਉੱਤੇ ਪੂਰੀ ਆਪਾਂ GK ਦੀ ਤਿਆਰੀ ਤੁਸੀਂ ਕਰਨੀ ਆ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਤਾਂ ਆਪਣੇ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਤਾਂ ਟੈਲੀਗ੍ਰਾਮ ਲਈ ਤੁਸੀਂ GK ਅਕੈਡਮੀ ਪੰਜਾਬ ਲਿਖ ਕੇ ਸਰਚ ਮਾਰੋਗੇ ਟੈਲੀਗ੍ਰਾਮ ਤੇ ਤਾਂ PDF ਲਈ ਤੁਹਾਨੂੰ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰਨਾ ਪਏਗਾ। ਠੀਕ ਹੈ ਜੀ, ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਕਿਸੇ ਅਗਲੀ ਅਪਡੇਟ ਜਾਂ ਆਪਣੀ ਜੋ ਅਗਲੀ GK ਦੀ ਕਲਾਸ ਹੋਵੇਗੀ।